ਸੰਗਤ ਦੀ ਇਜਾਜ਼ਤ ਦੇ ਨਾਲ ਜੀ ਅੱਜ ਦਾ ਸੈਸ਼ਨ ਸ਼ਨੀਵਾਰ ਦਾ ਸੈਸ਼ਨ ਅਸੀਂ ਸਟਾਰਟ ਕਰਦੇ ਹਾਂ ਤੇ ਰਲ ਬੈਠੀ ਜੁੜ ਬੈਠੀ ਸਾਰੀ ਸਾਧ ਸੰਗਤ ਨੂੰ ਪਹਿਲਾਂ ਗੁਰਫਤਿਹ ਦੀ ਸਾਂਝ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸੈਸ਼ਨ ਜੀ ਅਸੀਂ ਜੋ ਕਵਰ ਕਰਾਂਗੇ ਉਹ ਜਪਜੀ ਪੌੜੀ 38 ਜਤ ਪਹਾੜਾ ਤੀਰਥ ਸੁਨਿਆਰ ਤੇ ਇਸ ਦੇ ਉੱਤੇ ਚਾਨਣ ਪਾਣਗੇ ਇੱਕ ਬਹੁਤ ਹੀ ਡਿਟੇਲਡ ਤੇ ਹਮੇਸ਼ਾ ਦੀ ਤਰ੍ਹਾਂ ਇੱਕ ਸਲਾਈਡ ਪੈਕ ਪ੍ਰੈਜੈਂਟੇਸ਼ਨ ਦੇ ਥਰੂ ਸਰਦਾਰ ਸੁਰਨਜੀਤ ਸਿੰਘ ਜੀ ਜੀਤ ਤੇ ਅਸੀਂ ਬਹੁਤ ਵੀ ਲੁੱਕ ਫਾਰਵਰਡ ਟੂ ਦਿਸ ਕਲਾਸ। ਬਹੁਤ ਦਿਨਾਂ ਬਾਅਦ ਅੱਜ ਵੀਰ ਜੀ ਦੇ ਨਾਲ ਰੂਬਰੂ ਹੋਵਾਂਗੇ ਸਾਰੀ ਸੰਗਤ ਤੇ ਵੀ ਲੁੱਕ ਫਾਰਵਰਡ ਟੂ ਦੀ ਕਲਾਸ ਤੇ ਸਾਨੂੰ ਇਸ ਜਰਨੀ ਤੇ ਲੈ ਕੇ ਚਲੋ ਵੀਰ ਜੀ ਤੇ ਇਹ ਵੀ ਦੱਸੋ ਕਿ ਇਹ ਅਸੀਂ ਆਪਣੇ ਜੀਵਨ 'ਚ ਕਿਵੇਂ ਕਨੈਕਟ ਕਰੀਏ ਤੇ ਕਿਵੇਂ ਇਸ ਬਾਣੀ ਨੂੰ ਅਸੀਂ ਰੋਜ਼ ਪ੍ਰੈਕਟਿਸ ਵੀ ਕਰ ਸਕੀਏ। ਓਵਰ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਸਾਰੀ ਸਾਧ ਸੰਗਤ ਨੂੰ ਰਿਕੁਐਸਟ ਹੈ ਕਿ ਮਿਊਟ ਤੇ ਆ ਜਾਣ ਤਾਂ ਕਿ ਵਿੱਚ ਕੋਈ ਬੈਕਗ੍ਰਾਉਂਡ ਡਿਸਟਰਬੈਂਸ ਨਾ ਹੋਏ। ਇੱਕ ਵਾਰ ਸਭ ਦਾ ਬਹੁਤ ਤਹਿ ਦਿਲ ਨਾਲ ਸਵਾਗਤ ਹੈ। ਔਰ ਜੋ ਅੱਜ ਦਾ ਟੌਪਿਕ ਹੈ ਜਿਵੇਂ ਕਿ ਵੀਰ ਜੀ ਨੇ ਹੁਣੇ ਦੱਸਿਆ ਕਿ ਜਪਜੀ ਦੀ ਪੌੜੀ 38 ਤੇ ਵਿਚਾਰ ਹੋਏਗੀ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਜਪਜੀ ਸਾਹਿਬ ਵਿੱਚ 38 ਪੌੜੀਆਂ ਹਨ ਔਰ ਇਹ ਲਾਸਟ ਪੌੜੀ ਹੈ ਔਰ ਇਸ ਤੋਂ ਬਾਅਦ ਇੱਕ ਸ਼ਲੋਕ ਆਉਂਦੇ ਆ। ਹੁਣ ਵੈਸੇ ਪਹਿਲੇ ਮੈਂ ਅਗਰ ਬੈਕਗਰਾਉਂਡ ਦੱਸਾਂ, ਜਦੋਂ ਅਸੀਂ ਛੋਟੇ ਹੁੰਦੇ ਸੀ ਕਦੀ ਜਪਜੀ ਸਾਹਿਬ ਦਾ ਪਾਠ ਕਰਦੇ ਸੀ ਤੇ ਜਿਵੇਂ ਇੱਕ ਬੁੱਕ ਦੇ ਵਿੱਚ ਕੁਝ ਡਿਫਿਕਲਟ ਚੈਪਟਰ ਹੁੰਦੇ ਨੇ, ਕੁਝ ਆਸਾਨ ਚੈਪਟਰ ਹੁੰਦੇ ਤੇ 38ਵੀਂ ਪੌੜੀ ਤੱਕ ਆਂਦੇ ਅਸੀਂ ਇਹਨੂੰ ਜਲਦੀ ਨਾਲ ਬਸ ਕਿਸੇ ਤਰ੍ਹਾਂ ਪੂਰਾ ਕਰ ਲੈਂਦੇ ਸੀ। ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਸੀ ਕਰਦੇ ਕਿ ਇਸ ਪੌੜੀ ਦਾ ਤੱਤ ਭਾਵ ਕੀ ਹੈ, ਗੁਰੂ ਸਾਹਿਬ ਕੀ ਕਹਿਣਾ ਚਾਹ ਰਹੇ ਹਨ, ਗੁਰੂ ਸਾਹਿਬ ਨੇ ਪੌੜੀ ਅਖੀਰ ਦੇ ਵਿੱਚ ਕਿਉਂ ਰੱਖੀ ਹੈ। ਇਹ ਸਭ ਵਿਚਾਰ ਨਹੀਂ ਸੀ ਆਉਂਦੇ। ਜਿਵੇਂ ਕਿ ਹੁੰਦਾ ਸੀ ਵੀ ਚਲੋ ਬਾਕੀ ਥੋੜਾ ਬਹੁਤ ਫਿਰ ਵੀ ਸਮਝ ਆ ਜਾਂਦਾ ਸੀ, ਇਹ ਪੌੜੀ ਕਦੀ ਸਮਝ ਵੀ ਨਹੀਂ ਸੀ ਆਈ। ਜੋ ਆਮ ਵੀ ਕਦੀ ਦੇਖਿਆ ਜਾਂਦਾ ਕੋਈ ਬੁੱਕ ਲਿਖੀ ਹੋਏ ਤੇ ਉਹਦੇ ਐਂਡ ਵਿਚਕਾਰ ਅਕਸਰ ਇਹ ਹੁੰਦਾ ਕਿ ਜਿਹੜੇ ਇੰਪੋਰਟੈਂਟ ਚੀਜ਼ਾਂ ਨੇ ਉਹਨਾਂ ਨੂੰ ਰਿਪੀਟ ਕੀਤਾ ਜਾਂਦਾ ਔਰ ਉਹ ਰਿਪੀਟੀਸ਼ਨ ਦੇ ਵਿਚਕਾਰ ਇੱਕ ਤਰ੍ਹਾਂ ਦੀ ਸਮਰੀ ਹੁੰਦੀ ਹੈ, ਜਿਸਟ ਹੁੰਦਾ ਹੈ, ਜੋ ਕੁਝ ਵੀ ਕਿਹਾ ਗਿਆ ਹੈ ਉਹਨੂੰ ਇੱਕ ਤਰ੍ਹਾਂ ਨਾਲ ਸਮਰਾਈਜ਼ ਕਰਕੇ ਸੋਹਣੇ ਤਰੀਕੇ ਨਾਲ ਐਂਡ ਦੇ ਵਿਚਕਾਰ ਜ਼ਰੂਰ ਪੇਸ਼ ਕੀਤਾ ਜਾਂਦਾ ਹੈ। ਸੋ ਗੁਰੂ ਸਾਹਿਬ ਨੇ ਵੀ ਲੱਗਦਾ ਹੈ ਕਿ ਉਹੀ ਵਾਲੇ ਕਨਸੈਪਟ ਨੂੰ ਅਡਾਪਟ ਕਰਕੇ ਤੇ ਜੋ ਅਸੈਂਸ ਹੈ ਜਪਜੀ ਸਾਹਿਬ ਦਾ ਉਹ 38ਵੀਂ ਪੌੜੀ ਦੇ ਵਿਚਕਾਰ ਰੱਖਿਆ ਹੈ। ਔਰ ਜਦੋਂ ਥੋੜੀ ਕੋਸ਼ਿਸ਼ ਕੀਤੀ ਸਮਝਣ ਦੀ ਤੇ ਪਤਾ ਲੱਗਿਆ ਕਿ ਇਹ ਪੌੜੀ ਦੇ ਤੇ ਬਹੁਤ ਹੀ ਗਹਿਰੇ ਭਾਵ ਹਨ। ਪੂਰੀ ਤਰ੍ਹਾਂ ਨਾਲ ਜੋ ਜਪਜੀ ਸਾਹਿਬ ਹੈ ਉਹਨੂੰ ਸਮਰਾਈਜ਼ ਕਰਕੇ ਇਤਨੇ ਥੋੜੇ ਜਿਹੇ ਵਰਡਸ ਦੇ ਵਿਚਕਾਰ ਉਹਨਾਂ ਨੇ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਆਓ ਚਲੋ ਮਿਲ ਕੇ ਵਿਚਾਰ ਕਰਦੇ ਹਾਂ ਇਸ ਪੌੜੀ ਦੀ। ਜਿਵੇਂ ਅਸੀਂ ਸਭ ਜਾਣਦੇ ਹਾਂ, ਜਤ ਪਹਾਰਾ ਧੀਰਤ ਸੁਨਿਆਰ ਐਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ जिन को नदर करम तिनकार नानक नदरी नदर निहाल। करीब 7 पंक्तियां और शायद 32 वर्ड्स हैं जिहदे विचकार कंडेंस्ड विच गुरु साहब ने बहुत ही वड्डा मैसेज दिता है और इस मैसेज नूं सानू बहुत सहज भाव नाल आहिस्ता आहिस्ता आराम नाल समझना। ये ना होए कि जो तत्त इहदे विच आया है जपजी साहब दा, तत्त ही साडे हत्थों निकल जाए। ਤੇ ਅੱਗੇ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਇੱਥੇ ਜੋ ਵੀ ਹੈ ਇੱਕ ਸੁਨਿਆਰ ਦੀ ਪ੍ਰੋਸੈਸ ਹੈ, ਇੱਕ ਪ੍ਰਕਿਰਿਆ ਹੈ ਜਿਹਨੂੰ ਕਿ ਉਹਨਾਂ ਨੇ ਕਨੈਕਟ ਕੀਤਾ ਇਨਸਾਨ ਦੀ ਲਾਈਫ ਦੇ ਨਾਲ। ਤੇ ਦੋ ਤਰ੍ਹਾਂ ਦੇ ਜਿਹੜੇ ਗੋਲਡ ਸਮਿਥ ਹੁੰਦੇ ਨੇ ਜਾਂ ਸੁਨਿਆਰ ਹੁੰਦੇ ਨੇ, ਉਹ ਜੋ ਟ੍ਰੈਡੀਸ਼ਨਲ ਮੈਥਡ ਸੀ ਉਹਦੇ 'ਚ 2 ਤਰ੍ਹਾਂ ਦੇ ਵੱਖਰੇ ਵੱਖਰੇ ਕੰਮ ਕਰਦੇ ਸੀ। ਅੱਜ ਕੱਲ੍ਹ ਉਹ ਕਨਸੈਪਟ ਬਦਲ ਗਏ ਬਟ ਟ੍ਰੈਡੀਸ਼ਨਲੀ ਇਹ ਜੋ ਕਨਸੈਪਟ ਸੀ, ਕੁਝ ਸੁਨਿਆਰ ਸੋਨੇ ਨੂੰ ਸ਼ੁੱਧ ਕਰਨ ਵਾਲੇ ਹੁੰਦੇ ਸੀ ਔਰ ਕੁਝ ਸ਼ੁੱਧ ਸੋਨੇ ਦੇ ਜੇਵਰ ਬਣਾਉਣ ਵਾਲੇ। ਸੋ ਇਹ ਦੋ ਜਿਹੜੇ those who purify raw gold and those who make jewelry from the purified gold।
ਇਹ ਮੇਨ ਕੰਮ ਸਨ। ਜਿਹੜੇ ਜਵੈਲਰੀ ਬਣਾਉਂਦੇ ਸੀ ਉਹ ਪਿਊਰੀਫਿਕੇਸ਼ਨ ਵਾਲੇ ਜ਼ਿਆਦਾਤਰ ਨਹੀਂ ਸੀ ਹੁੰਦੇ, ਆਪਣੀ ਆਪਣੀ ਐਕਸਪਰਟਿਜ਼ ਸੀ। ਤੇ ਇਸ ਪੌੜੀ ਦੇ ਵਿਚਕਾਰ ਜੋ ਜਿਨ੍ਹਾਂ ਸੁਨਿਆਰ ਦੀ ਗੱਲ ਕੀਤੀ ਗਈ ਹੈ ਉਹ ਹੈ ਜੋ ਸੋਨੇ ਨੂੰ ਸ਼ੁੱਧ ਕਰਦੇ ਸੀ। ਸੋ ਇਹਦੇ ਵਿਚਕਾਰ ਜਵੈਲਰੀ ਬਣਾਉਣ ਵਾਲੇ ਸੁਨਿਆਰ ਦੀ ਗੱਲ ਨਹੀਂ ਹੋਈ ਹੈ, ਜੋ ਸ਼ੁੱਧ ਕਰ ਰਹੇ ਹਨ ਉਹਨਾਂ ਦੀ ਹੀ ਗੱਲ ਹੋਈ ਹੈ। ਅਸੀਂ ਅੱਗੇ ਚੱਲੀਏ ਤੇ ਜੋ ਸੋਨਾ ਖਦਾਨ ਤੋਂ ਨਿਕਾਲਿਆ ਜਾਂਦਾ ਹੈ, ਗੋਲਡ ਫਰੋਮ ਮਾਈਨ, ਉਹ ਕੁਝ ਦੇਖਣ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈ। ਇੱਕ ਮਾਈਂਡ ਪਿਕਚਰ ਹੋਣੀ ਚਾਹੀਦੀ ਹੈ। 3-4 ਤਰ੍ਹਾਂ ਦੇ ਸੋਰਸਿਸ ਨੇ ਗੋਲਡ ਦੇ। ਜਿਸ ਤਰ੍ਹਾਂ ਸਾਨੂੰ ਗੋਲਡ ਮਿਲਦਾ ਹੈ ਜ਼ਮੀਨਾਂ ਤੋਂ ਜਾਂ ਜਿੱਥੋਂ ਵੀ, ਉਹ 4 ਸੋਰਸਿਸ ਚੋਂ ਮੇਨ ਸੋਰਸ ਹੈ ਮਾਈਨਸ ਦੇ ਵਿਚਕਾਰ ਗੋਲਡ ਮਾਈਨਿੰਗ ਹੁੰਦੀ ਹੈ। ਔਰ ਇਸ ਤਰ੍ਹਾਂ ਨਾਲ ਕਿਤੇ ਪੱਥਰਾਂ ਤੇ, ਕਿਤੇ ਮਿੱਟੀ 'ਚ, ਕਿਤੇ ਚਿਪਕਿਆ ਹੋਇਆ ਉਹਦੇ ਨਾਲ ਗੰਦਗੀ ਲੱਗੀ ਹੁੰਦੀ ਹੈ। ਸੋ ਇਹ ਮਾਈਨਸ ਤੋਂ ਸੋਨਾ ਮਿਲਦਾ ਹੈ। ਔਰ ਇਸ ਸੋਨੇ ਨੂੰ ਜੋ ਸੁਨਿਆਰ ਹੈ ਨਾ, ਆਪਣਾ ਆਹਿਸਤਾ ਆਹਿਸਤਾ ਸਟੈਪ ਬਾਈ ਸਟੈਪ ਇਹਨੂੰ ਪਿਊਰੀਫਾਈ ਕਰਕੇ ਇਹਦੇ ਕੋਇਨਸ ਜਾਂ ਇਹਦੀਆਂ ਬਾਰਸ, ਬਿਸਕਿਟਸ, ਜੋ ਵੀ ਕਹਿ ਸਕਦੇ ਹੋ, ਸ਼ੁੱਧ ਸੋਨਾ ਬਣਾਇਆ ਜਾਂਦਾ। ਇਹ ਸੋਨਾ ਫਿਰ ਉਹਨਾਂ ਹੱਥਾਂ 'ਚ ਜਾਂਦਾ ਜਿਹੜੇ ਸੁਨਿਆਰ ਇਹਨੂੰ ਫਰਦਰ ਪਿਘਲਾ ਕੇ ਇਹਦੇ ਜੇਵਰ ਬਣਾਉਂਦੇ ਨੇ। ਔਰ ਹੁਣ ਇਹ ਦੋਨੋਂ ਦੇ ਦੋਨੋਂ ਪ੍ਰੋਸੈਸ ਕਾਫੀ ਹੱਦ ਤੱਕ ਦੁਨੀਆ ਦੇ ਵਿੱਚ ਮੈਕਨਾਈਜ਼ਡ ਨੇ ਔਰ ਮਸ਼ੀਨਾਂ ਦੇ ਥਰੂ ਹੀ ਇਹ ਪ੍ਰੋਸੈਸ ਹੋ ਰਹੇ ਹਨ। ਪਰ ਸਾਨੂੰ ਇਹ ਸਮਝਣਾ ਪਏਗਾ ਸਾਡਾ ਟ੍ਰੈਡੀਸ਼ਨਲ ਪ੍ਰੋਸੈਸ ਕੀ ਸੀ ਜੋ ਗੁਰੂ ਸਾਹਿਬ ਨੇ ਜਿਹਦੇ ਨਾਲ ਸਾਨੂੰ ਸਾਰਾ ਜੀਵਨ ਜੋੜਨ ਲਿਖਿਆ ਹੈ। ਇਸ ਨਾਲ ਪਹਿਲੇ ਕਿ ਅਸੀਂ ਪੌੜੀ 38 ਦੀ ਵਿਚਾਰ ਕਰੀਏ, ਪੌੜੀ 36 ਦੇ ਵਿਚਕਾਰ ਵੀ ਸਾਨੂੰ ਕੁਝ ਐਸੇ ਸ਼ਬਦ ਆਉਂਦੇ ਹਨ ਜਿਨ੍ਹਾਂ ਨੂੰ ਸਮਝ ਲੈਣਾ ਜ਼ਰੂਰੀ ਹੈ, ਕਿਉਂਕਿ ਉਹਨਾਂ ਸ਼ਬਦਾਂ ਦਾ ਰਿਪੀਟੀਸ਼ਨ ਪੌੜੀ 38 ਦੇ ਵਿੱਚ ਵੀ ਹੋਇਆ ਹੈ। ਸੋ ਜੋ ਪੌੜੀ 36 ਹੈ ਉਹ ਹੈ ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੇ ਨਾਦ ਬਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਕੀਆ ਗਲਾਂ ਕਥਿਆ ਨਾ ਜਾਹੇ, ਜੇ ਕੋ ਕਹੈ ਪਿਛੇ ਪਛੁਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਸੋ ਇਹ ਸਰਮ ਖੰਡ ਦਾ ਜ਼ਿਕਰ ਹੋਇਆ। ਸਰਮ ਖੰਡ ਜਿੱਥੇ ਕਿ ਮਿਹਨਤ ਮੁਸ਼ੱਕਤ on the path of spirituality, ਉਹ ਜਦੋਂ ਕਰਨੀ ਹੈ, ਉਹ ਘਾੜਤ ਜੋ ਕਰਨੀ ਹੈ, ਜੋ ਉਹਦਾ ਸਰੂਪ ਸਾਹਮਣੇ ਆਉਂਦਾ ਬਹੁਤ ਅਨੂਪ ਹੈ, ਬਹੁਤ ਹੀ ਸੁੰਦਰ ਹੈ ਔਰ ਉਹਦੀਆਂ ਗੱਲਾਂ ਕੀਤੀਆਂ ਵੀ ਨਹੀਂ ਜਾ ਸਕਦੀਆਂ, ਜੋ ਕਿ ਬਾਅਦ ਵਿੱਚ ਪਿੱਛੋਂ ਪਛਤਾਣਾ ਪੈਂਦਾ ਹੈ ਕਿ ਉਸ ਸ਼ਰਮ ਖੰਡ ਦੇ ਵਿੱਚ ਜੋ ਲੋਕ ਚਲੇ ਜਾਂਦੇ ਹਨ, ਜੋ ਨਾਮ ਦੀ ਕਮਾਈ ਕਰਨ ਤੋਂ ਬਾਅਦ ਨਾਮ ਨੂੰ ਧਿਆ ਕੇ ਉਹਨੂੰ ਜੀਵਨ ਵਿੱਚ ਉਤਾਰ ਲੈਂਦੇ ਹਨ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ। ਪਰ ਇੱਥੇ ਇੱਕ ਜੋ ਬਹੁਤ ਇੰਪੋਰਟੈਂਟ ਲਾਈਨ ਆਈ ਹੈ, ਜਿੱਥੇ ਸਾਰੀਆਂ ਹੀ ਲਾਈਨਾਂ ਇੰਪੋਰਟੈਂਟ ਹੈ, ਜਿੱਥੇ ਬਲੂ ਕਲਰ ਵਿੱਚ ਦਿਖਾਇਆ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਇੱਥੇ 4 ਚੀਜ਼ਾਂ ਨੂੰ ਇਕੱਠੇ ਘੜਨ ਦੀ ਗੱਲ ਕਰ ਰਹੇ ਹਨ ਗੁਰੂ ਸਾਹਿਬਾਨ, ਔਰ ਸਾਨੂੰ ਇਹ ਚਾਰੋਂ ਵਰਡਸ ਦੇ ਵਿਚਕਾਰ ਪੂਰੀ ਕਲੈਰਿਟੀ ਚਾਹੀਦੀ ਹੈ, ਤਾਂ ਕਿ ਜੋ ਫਾਈਨਲ ਲਾਈਨ ਹੈ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ, ਤਾਂ ਕਿ ਜੋ ਦੇਵਤਾ ਸਰੂਪ ਆਪਣੇ ਆਪ ਨੂੰ ਸ਼ੁੱਧ ਹੋ ਕੇ ਸਿੱਧ ਕਰ ਚੁੱਕੇ ਹਨ ਉਹਨਾਂ ਵਰਗੇ ਹੋ ਜਾਈਏ। ਸੋ ਜੋ ਦੇਵਤਾ ਸਰੂਪ ਹੈ, ਐਸਚ ਗੁਰਬਾਣੀ ਦੇ ਹਿਸਾਬ ਨਾਲ ਕੋਈ ਦੇਵਤਾ ਅਸੀਂ ਫਿਜ਼ੀਕਲ ਫਾਰਮ 'ਚ ਨਹੀਂ ਮੰਨਦੇ, ਪਰ ਉਹਨੂੰ ਹੀ ਦੇਵਤਾ ਕਹਿੰਦੇ ਆ ਜੋ ਕਿ ਸ਼ੁੱਧੀ ਨੂੰ ਪ੍ਰਾਪਤ ਹੋ ਚੁੱਕਾ ਹੈ ਜਾਂ ਆਪਣੇ ਆਪ ਨੂੰ ਸਿੱਧੀ ਤੱਕ ਪਹੁੰਚ ਚੁੱਕਾ ਹੈ। ਸੋ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ, ਉੱਥੇ ਮਾਨਵ ਜਿਹੜੇ ਨੇ ਉਹ ਦੇਵਤਾ ਦੇ ਸਰੂਪ ਹੋ ਜਾਂਦੇ ਆ। ਤੋ ਜੋ 4 ਵਰਡ ਆਏ हैं ਸੁਰਤ ਮਤ ਮਨ ਬੁੱਧ, ਇਹਨਾਂ ਨੂੰ ਸਮਝਣਾ ਜ਼ਰੂਰੀ ਹੈ। ਇਸ ਨਾਲ ਪਹਿਲੇ ਕਿ ਅਸੀਂ ਪੌੜੀ 38 ਦੇ ਵਿੱਚ ਜਾਈਏ, ਇਹਦੇ ਲਈ ਅਸੀਂ ਜੋ ਅੱਜ ਕੱਲ੍ਹ ਦੀ ਸਾਇੰਟੀਫਿਕ ਸਟੱਡੀ ਹੈ ਉਹਨੂੰ ਨਾਲ ਲੈ ਕੇ ਚੱਲਾਂਗੇ ਔਰ ਦੇਖਾਂਗੇ ਗੁਰੂ ਸਾਹਿਬਾਨ ਨੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਬਾਣੀ ਦੇ ਵਿਚਕਾਰ ਇਸਤੇਮਾਲ ਕੀਤਾ ਹੈ। ਤੋ ਜੋ ਸਮਨਲ ਚੀਜ਼ ਹੈ, ਦਾ ਮਾਈਂਡ ਗੇਮ ਦੇ ਵਿਚਕਾਰ ਜੋ ਸਾਡੇ ਮਾਈਂਡ 'ਚ ਲਗਾਤਾਰ ਇੱਕ ਗੇਮ ਚੱਲ ਰਹੀ ਹੈ, ਇੱਕ ਹੈ ਕੌਨਸ਼ੀਅਸ ਮਾਈਂਡ। ਕੌਨਸ਼ੀਅਸ ਮਾਈਂਡ ਜਿਹਨੂੰ ਅਸੀਂ ਚੇਤਨਾ ਕਹਿੰਦੇ ਹਾਂ, ਜਦੋਂ ਅਸੀਂ ਆਪਣੀ ਸੁਰਤ ਦੇ ਵਿੱਚ ਹੁੰਦੇ ਹਾਂ, ਜਦੋਂ ਅਸੀਂ ਕੋਈ ਚੀਜ਼ ਸੁਣ ਰਹੇ ਹਾਂ ਉਹਨੂੰ ਮਾਈਂਡ ਦੇ ਵਿੱਚ ਨਾਲ ਦੇ ਨਾਲ ਸੁਣਦਿਆਂ ਐਨਾਲਾਈਜ਼ ਕਰ ਰਹੇ ਹਾਂ, ਕੌਨਸ਼ੀਅਸਲੀ ਸਾਡਾ ਧਿਆਨ ਉਹਦੇ ਉੱਤੇ ਹੈ। ਉਹ ਧਿਆਨ ਕਹਿ ਲਓ, ਚੇਤਨਾ ਕਹਿ ਲਓ, ਉਹ ਕੌਨਸ਼ੀਅਸ ਮਾਈਂਡ ਹੁੰਦਾ ਹੈ। ਇਸ ਤੋਂ ਇਲਾਵਾ 2 ਹੋਰ ਮਾਈਂਡ ਨੇ ਜਿਨ੍ਹਾਂ ਦਾ ਇੱਥੇ ਜ਼ਿਕਰ ਆਉਂਦਾ ਹੈ, ਉਹ ਹੈ ਇੱਕ ਸੁਪਰ ਕੌਨਸ਼ੀਅਸ ਮਾਈਂਡ ਔਰ ਸਬ ਕੌਨਸ਼ੀਅਸ ਮਾਈਂਡ। ਇਹਦੇ ਬਾਰੇ ਅਸੀਂ ਜ਼ਿਕਰ ਕਰਾਂਗੇ ਥੋੜਾ ਹੋਰ ਡਿਟੇਲ ਵਿੱਚ। ਤੇ ਜਦੋਂ ਅਸੀਂ ਸਬ ਕੌਨਸ਼ੀਅਸ ਮਾਈਂਡ ਦੀ ਗੱਲ ਕਰਦੇ ਹਾਂ, ਜੋ ਕੌਨਸ਼ੀਅਸ ਮਾਈਂਡ ਵਿੱਚ ਚੱਲ ਰਿਹਾ ਹੈ ਉਹ ਤੇ ਚੇਤਨਾ ਸਰੂਪ ਚੱਲ ਰਿਹਾ ਹੈ, ਪਰ ਉਹਦੇ ਪਿੱਛੇ ਜੋ ਚੱਲ ਰਿਹਾ ਹੁੰਦਾ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ। ਔਰ ਜੋ ਸਬਕੌਨਸ਼ੀਅਸ ਮਾਈਂਡ ਹੈ ਉਹ 95% ਆਫ ਦਾ ਟਾਈਮ ਸਬਕੌਨਸ਼ੀਅਸ ਮਾਈਂਡ ਹੀ ਸਪੋਰਟ ਕਰ ਰਿਹਾ ਹੁੰਦਾ ਹੈ ਜਾਂ ਐਕਟਿਵ ਹੁੰਦਾ ਹੈ।
ਅਸੀਂ ਸੁੱਤੇ ਹੁੰਦੇ ਆ ਤਾਂ ਵੀ सबकॉन्शियस माइंड ਚੱਲ ਰਿਹਾ ਹੁੰਦਾ ਹੈ, ਅਸੀਂ ਕੁਝ ਨਹੀਂ ਵੀ ਕਰ ਰਹੇ ਹੁੰਦੇ ਤਾਂ ਵੀ सबकॉन्शियस माइंड ਐਕਟਿਵ ਰਹਿੰਦਾ। तो सबकॉन्शियस माइंड ਨੂੰ ਸਮਝਣਾ ਪਏਗਾ। ਇਹਦੇ ਤਿੰਨ ਪਾਰਟਸ ਹੈ। ਇੱਕ ਤੇ ਇਹਦਾ ਪਾਰਟ ਹੈ ਇੰਪ੍ਰੈਸ਼ਨਸ। ਇਸ सबकॉन्शियस माइंड ਦੇ ਵਿੱਚ ਹੁੰਦੀ ਹੈ ਮੈਮੋਰੀ, ਜੋ ਸਾਡੀ ਯਾਦਾਂ ਨੇ, ਐਕਸਪੀਰੀਐਂਸਿਸ ਜੋ ਅਸੀਂ ਜੀਵਨ ਦੇ ਵਿੱਚ ਗ੍ਰਹਿਣ ਕੀਤਾ ਹੈ, ਬਿਲੀਫਸ, ਵੈਲਿਊਜ਼, ਲਾਈਕਸ, ਨੀਡਸ, ਇਹ ਸਾਰੀਆਂ ਨਾ ਇੱਕ ਤਰ੍ਹਾਂ ਦੀ ਛਾਪ ਛੋੜ ਕੇ ਜਾਂਦੀਆਂ ਦਿਮਾਗ ਤੇ। ਸਾਡੇ ਦਿਮਾਗ ਤੇ ਜੋ ਛਾਪ ਛੋੜੀ ਹੁੰਦੀ ਹੈ ਜਾਂ ਇੰਪ੍ਰੈਸ਼ਨਸ ਹੈ, ਉਹ ਸਾਡੀ ਮੈਮੋਰੀ ਤੋਂ, ਐਕਸਪੀਰੀਅੰਸ ਤੋਂ, ਵੈਲਿਊਜ਼ ਤੋਂ, ਸਾਡਾ ਕੀ ਬਿਲੀਫ ਸਿਸਟਮ ਹੈ, ਕੀ ਪਸੰਦ ਹੈ ਕੀ ਨਹੀਂ ਪਸੰਦ, ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਲਾ ਕੇ ਕਹਿੰਦੇ ਹਾਂ ਇੰਪ੍ਰੈਸ਼ਨਸ, ਜਾਂ ਮਾਈਂਡ ਦੇ ਵਿੱਚ ਕਿਸੇ ਚੀਜ਼ ਨੇ ਸਾਡੇ ਜੋ ਛਾਪ ਛੋੜ ਦਿੱਤੀ ਹੈ। ਇਹਦਾ ਦੂਸਰਾ ਜੋ ਪਾਰਟ ਹੈ ਉਹ ਹੈ ਆਟੋ ਪਾਇਲਟ। ਆਟੋ ਪਾਇਲਟ ਮਤਲਬ ਉਹਦੇ ਲਈ ਸਾਨੂੰ ਸੋਚਣ ਦੀ ਲੋੜ ਨਹੀਂ ਪੈਂਦੀ, ਮਾਈਂਡ ਆਪਣੇ ਆਪ ਕਰ ਦਿੰਦਾ ਉਹਨੂੰ ਫਟਾਫਟ। These are pre-programmed habits, learned behavior and emotions. ਹੁਣ pre-programmed habits ਹੈ, ਇੱਕ ਅਗਰ ਮੰਨ ਲਓ ਫੇਸ ਤੇ ਆ ਕੇ ਮੱਖੀ ਬੈਠਦੀ ਹੈ ਤੇ ਅਸੀਂ ਇਹ ਸੋਚਦੇ ਨਹੀਂ ਆ ਕਿ ਮੱਖੀ ਨੂੰ ਉਡਾਈਏ ਜਾਂ ਨਹੀਂ ਉਡਾਈਏ, ਸਾਡਾ ਹੱਥ ਨੂੰ ਜਾ ਕੇ ਮੱਖੀ ਨੂੰ ਉਡਾ ਦਿੰਦਾ। ਉਹ ਪ੍ਰੀ ਪ੍ਰੋਗਰਾਮਡ ਹੈ, ਉਹਨੂੰ ਕੌਨਸ਼ੀਅਸ ਮਾਈਂਡ ਤੱਕ ਜਾਣ ਦੀ ਲੋੜ ਵੀ ਨਹੀਂ ਪੈਂਦੀ। ਔਰ ਕਈ ਵਾਰ ਇਹ ਵੀ ਨਹੀਂ ਕਿ ਕੌਨਸ਼ੀਅਸ ਮਾਈਂਡ ਨੂੰ ਪਤਾ ਹੋਏ, ਕੋਈ ਉਹਨੂੰ ਪੁੱਛੇ ਵੀ ਤੂੰ ਹੱਥ ਕਿਉਂ ਕੀਤਾ ਸੀ, ਤਾਂ ਸ਼ਾਇਦ ਦੱਸ ਵੀ ਨਾ ਪਾਏ। ਉਹ ਹੱਥ ਨਾਲ ਮੱਖੀ ਉਡਾ ਕੇ ਭੁੱਲ ਵੀ ਗਿਆ ਹੋਏ, 2 ਸੈਕਿੰਡ ਬਾਅਦ ਵੀ ਉਹਨੂੰ ਯਾਦ ਨਾ ਰਹੇ, ਬਿਕੋਜ਼ ਇਟ ਇਜ਼ ਪ੍ਰੀ ਪ੍ਰੋਗਰਾਮ। ਸੋ ਇਮੋਸ਼ਨਸ ਜਿਹੜੇ ਨੇ ਉਹ ਵੀ ਇੱਕ ਤਰ੍ਹਾਂ ਨਾਲ ਆਟੋ ਪਾਇਲਟ ਹੈ। ਅਸੀਂ ਇਹ ਸੋਚ ਕੇ ਨਹੀਂ ਹੱਸਦੇ ਕਿ ਮੈਨੂੰ ਲੱਗਦਾ ਕਿ ਇਸ ਗੱਲ ਤੇ ਹੱਸਣਾ ਚਾਹੀਦਾ ਔਰ ਫਿਰ ਅਸੀਂ ਸੋਚਦੇ ਨਹੀਂ ਹਾਂ ਪਹਿਲੇ। ਜਾਂ ਜਦੋਂ ਸਾਡੇ ਆਂਸੂ ਆਉਂਦੇ ਆ ਤੇ ਅਸੀਂ ਇਹ ਨਹੀਂ ਸੋਚਦੇ ਆਈ ਥਿੰਕ ਮੈਨੂੰ ਥੋੜੀ ਦੇਰ ਰੋਣ ਦਾ ਟਾਈਮ ਆਇਆ, ਕਿਉਂ ਨਾ ਮੈਂ ਥੋੜੀ ਦੇਰ ਰੋ ਲਵਾਂ। ਸੋ ਸਾਰਾ ਕੁਝ ਪ੍ਰੀ ਪ੍ਰੋਗਰਾਮਡ ਹੈ। ਜਦੋਂ ਇਮੋਸ਼ਨਸ ਸਾਹਮਣੇ ਆਉਂਦੇ ਆ ਉਹ ਆ ਹੀ ਜਾਂਦੇ ਆ, ਉਹ ਪ੍ਰੀ ਪ੍ਰੋਗਰਾਮਡ ਹੀ ਹੁੰਦੇ ਆ, ਆਟੋ ਪਾਇਲਟ ਮੋਡ ਦੇ ਵਿਚਕਾਰ ਇਹ ਸਭ ਕੁਝ ਚੱਲ ਰਿਹਾ ਹੁੰਦਾ। ਔਰ ਜੋ ਤੀਸਰਾ ਪਾਰਟ ਹੈ ਉਹ ਹੈ ਇੰਟੈਲੈਕਟ। ਔਰ ਇੰਟੈਲੈਕਟ ਦੇ ਵਿੱਚ ਆ ਜਾਂਦੇ ਨੇ ਲੌਜਿਕਸ, ਰੀਜ਼ਨਿੰਗ ਐਂਡ ਕੈਲਕੂਲੇਸ਼ਨਸ। ਇਹ ਸਾਰੇ ਦੇ ਸਾਰੇ ਕੌਨਸ਼ੀਅਸ ਮਾਈਂਡ ਨੂੰ ਸਪੋਰਟ ਵੀ ਕਰਦੇ ਨੇ ਔਰ ਕਈ ਵਾਰ ਇੰਟਰਨਲੀ ਆਪਣੇ ਆਪ ਵੀ ਚੱਲਦਾ ਰਹਿੰਦਾ ਸਿਸਟਮ। ਇਹ ਬਹੁਤ ਕੰਪਲਿਕੇਟਿਡ ਹੈ, ਉਹਨੂੰ ਅਸੀਂ ਬੜੇ ਸਿੰਪਲ ਜਿਹੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਜੋ ਹੈ ਅਸੀਂ ਇਹ ਦੇਖਣਾ ਕਿ ਜੋ ਕੌਨਸ਼ੀਅਸ ਮਾਈਂਡ ਹੈ ਉਹ ਹਮੇਸ਼ਾ ਬਿਜ਼ੀ ਰਹਿੰਦਾ। ਸਾਡੀ ਚੇਤਨਾ ਦੇ ਵਿਚਕਾਰ ਕੁਝ ਨਾ ਕੁਝ ਅਸੀਂ ਲਗਾਤਾਰ ਸੋਚ ਰਹੇ ਹੁੰਦੇ ਆ, ਕੁਝ ਨਾ ਕੁਝ ਸਾਡੇ ਧਿਆਨ ਵਿੱਚ ਲਗਾਤਾਰ ਰਹਿੰਦਾ ਹੀ। ਐਸਾ ਕੋਈ ਵਕਤ ਨਹੀਂ ਹੁੰਦਾ ਜਦੋਂ ਅਸੀਂ ਕੁਝ ਨਾ ਸੋਚ ਰਹੇ ਹੋਈਏ। ਜਦ ਤੱਕ ਅਸੀਂ ਜਾਗਦੇ ਹਾਂ, ਜਦੋਂ ਅਸੀਂ ਸੁੱਤੇ ਹਾਂ ਅਸੀਂ ਨਹੀਂ ਜਾਣਦੇ ਕੌਨਸ਼ੀਅਸ ਮਾਈਂਡ ਸਬਕੌਨਸ਼ੀਅਸ ਮਾਈਂਡ ਨਾਲ ਮਿਲ ਕੇ ਕਿਸ ਤਰ੍ਹਾਂ ਆਪਰੇਟ ਕਰਦਾ। ਇੱਕ ਆਪਣੀ ਬੜੀ ਲੰਬੀ ਚੌੜੀ ਥਿਉਰੀ ਹੈ। ਹੁਣ ਅਸੀਂ ਕਿਸ ਤਰ੍ਹਾਂ ਇਹ ਬਿਜ਼ੀ ਰਹਿੰਦਾ, ਉਹਦੇ 2 ਤਰੀਕੇ ਹੈ ਕੌਨਸ਼ੀਅਸ ਮਾਈਂਡ ਦੇ। ਇੱਕ ਤੇ ਹੈ ਕਿ ਸਾਨੂੰ ਕੋਈ ਬਾਹਰੋਂ ਸਟਿਮੂਲਸ ਮਿਲਿਆ, ਮੈਥਡ 1 ਜਿਹੜਾ ਇੱਥੇ ਲਿਖਿਆ ਐਰੋ ਲਗਾ ਕੇ ਯੈਲੋ ਕਲਰ ਵਿੱਚ। ਸਟਿਮੂਲਸ ਮੀਨਸ ਕੋਈ ਚੀਜ਼ ਦੇਖੀ, ਕੋਈ ਸਾਊਂਡ ਸੁਣਾਈ ਦਿੱਤੀ, ਕੋਈ ਸਮੈਲ ਆਈ, ਇਹ ਕੌਨਸ਼ੀਅਸ ਮਾਈਂਡ ਦੇ ਵਿੱਚ ਇਸ ਰਸਤੇ ਦੇ ਥਰੂ ਪਹੁੰਚ ਗਏ। ਅਸੀਂ ਹੁਣ ਤੱਕ ਬੈਠੇ ਹੋਏ ਸੀ, ਸਾਹਮਣੇ ਕੋਈ ਅਚਾਨਕ ਬੰਦਾ ਆ ਗਿਆ, ਅਸੀਂ ਜੋ ਕੰਮ ਸੀ ਉਹ ਛੱਡ ਦਿੱਤਾ, ਸਾਡੇ ਕੌਨਸ਼ੀਅਸ ਮਾਈਂਡ ਤੋਂ ਬਾਹਰ ਹੋ ਗਿਆ, ਅਸੀਂ ਹੁਣ ਉਸ ਬੰਦੇ ਨਾਲ ਗੱਲ ਕਰਨ ਲੱਗ ਗਏ। ਤੇ ਸਾਡਾ ਕੌਨਸ਼ੀਅਸ ਮਾਈਂਡ ਜਿਹੜਾ ਇੱਕਦਮ ਨਾਲ ਕੋਈ ਬਾਹਰੋਂ ਦੀ ਸਟਿਮੂਲਸ ਅਗਰ ਆ ਗਿਆ ਜਾਂ ਕੋਈ ਸਮੈਲ ਆਈ ਤੇ ਇੱਕਦਮ ਲੱਗਿਆ ਸ਼ਾਇਦ ਕਿਚਨ ਵਿੱਚ ਸ਼ਾਇਦ ਦੁੱਧ ਉਬਲ ਗਿਆ ਹੋਣਾ, ਇੱਕਦਮ ਨਾਲ ਅਸੀਂ ਸਭ ਕੁਝ ਛੱਡ ਕੇ ਉੱਧਰ ਚੱਲ ਪੈਂਦੇ ਹਾਂ। ਸੋ ਕੋਈ ਵੀ ਸਟਿਮੂਲਸ ਕਿਤੋਂ ਵੀ ਆ ਸਕਦਾ, ਕੋਈ ਬੜੀ ਤੇਜ਼ ਸਾਊਂਡ ਹੋਈ, ਸਾਨੂੰ ਲੱਗਿਆ ਆਸ-ਪਾਸ ਸਭ ਠੀਕ ਤੇ ਹੈ, ਕੋਈ ਡਰਾਵਨੀ ਜੀ ਆਵਾਜ਼ ਆਈ ਹੈ, ਅਸੀਂ ਉੱਠ ਕੇ ਚੱਲ ਕੇ ਦੇਖਣ ਲੱਗ ਜਾਂਦੇ ਹਾਂ। ਤੋ ਜੋ ਸਟਿਮੂਲਸ ਹੈ ਉਹ ਇੱਕ ਤਰ੍ਹਾਂ ਦਾ ਪਹਿਲੀ ਤਰ੍ਹਾਂ ਦੀ ਜਿਹੜੀ ਚੀਜ਼ ਹੈ ਸਾਡੇ ਕੌਨਸ਼ੀਅਸ ਮਾਈਂਡ ਤੱਕ, ਉਹ ਐਕਸਟਰਨਲ ਸਟਿਮੂਲਸ ਹੈ, ਉਹ ਬਾਹਰੋਂ ਦੀ ਕੁਝ ਹੋਇਆ ਜਿਹਨੇ ਸਾਨੂੰ ਪ੍ਰਭਾਵਿਤ ਕਰ ਦਿੱਤਾ। ਔਰ ਜੋ ਦੂਸਰਾ ਸਟਿਮੂਲਸ ਹੈ ਉਹ ਮਾਈਂਡ ਦੇ ਵਿੱਚੋਂ ਹੀ ਉੱਠਦਾ ਹੈ। ਇਹ ਜਿਹੜਾ 2 ਅਸੀਂ ਲਿਖਿਆ ਉਹ ਸਬਕੌਨਸ਼ੀਅਸ ਮਾਈਂਡ ਤੋਂ ਉੱਠਦਾ ਹੈ, ਉਹਦੇ ਲਈ ਬਾਹਰੋਂ ਆਉਣ ਦੀ ਲੋੜ ਨਹੀਂ ਹੈ। ਫॉर ਐਗਜ਼ਾਮਪਲ ਬੈਠੇ ਬੈਠੇ ਕੁਝ ਯਾਦ ਆ ਗਿਆ ਕਿ ਮੈਂ ਫਲਾਣੇ ਬੰਦੇ ਨੂੰ ਮਿਲਣ ਜਾਣਾ ਸੀ, ਤੇ ਉਹ ਕੋਈ ਬਾਹਰੋਂ ਕੁਝ ਨਹੀਂ ਆਉਂਦਾ, ਮਾਈਂਡ ਦੇ ਵਿੱਚੋਂ ਹੀ ਉਹ ਵਿਚਾਰ ਉੱਠਿਆ, ਇੱਕ ਯਾਦਾਸ਼ਤ ਸਾਹਮਣੇ ਆ ਗਈ, ਉਹਨੇ ਸਾਨੂੰ ਕੌਨਸ਼ੀਅਸ ਮਾਈਂਡ ਤੱਕ ਲੈ ਗਿਆ। ਫਿਰ ਅਸੀਂ ਕੁਝ ਸੋਚਿਆ ਉਹਦੇ ਬਾਰੇ ਔਰ ਫਿਰ ਕੁਝ ਡਿਸਾਈਡ ਕੀਤਾ ਵੀ ਚਲੋ ਮੈਂ ਪਰਸੋਂ ਨੂੰ ਫੋਨ ਕਰ ਲਾਂਗਾ, ਕੱਲ ਕਰ ਲਾਂਗਾ, ਜੋ ਵੀ ਹੈ। ਮਤਲਬ ਅਸੀਂ ਕੌਨਸ਼ੀਅਸ ਮਾਈਂਡ ਦੇ ਵਿਚਕਾਰ ਮਾਈਂਡ ਦੇ ਵਿੱਚੋਂ ਵੀ ਬਹੁਤ ਸਾਰੀਆਂ ਸਟਿਮੂਲਸ ਆ ਰਹੇ ਹੁੰਦੇ, ਜਾਂ ਐਕਸਟਰਨਲ ਹੈ ਜਾਂ ਇੰਟਰਨਲ ਹੈ। ਹੁਣ ਕੀ ਹੁੰਦਾ ਕਿ ਅਸੀਂ ਇਹ ਜਿਹੜਾ ਜਾਲੀ ਜੀ ਦਿਖਾਈ ਹੈ, ਇੱਕ ਫਿਲਟਰ ਜਿਹਾ ਦਿਖਾਇਆ, ਇਹ ਫਿਲਟਰ ਹੈ ਐਕਟਿਵ ਨੀਡਸ ਐਂਡ ਡਿਜ਼ਾਇਰਸ। ਇੱਥੇ ਫਿਲਟਰਿੰਗ ਹੁੰਦੀ ਹੈ, ਇਹ ਸਟਿਮੂਲਸ ਚਾਹੇ ਬਾਹਰੋਂ ਆਏ ਚਾਹੇ ਅੰਦਰੋਂ ਆਏ, ਇਹਨੂੰ ਕੌਨਸ਼ੀਅਸ ਮਾਈਂਡ ਤੱਕ ਲੈ ਕੇ ਜਾਣਾ ਜਾਂ ਨਹੀਂ ਲੈ ਕੇ ਜਾਣਾ, ਇਹ ਸਾਡੀਆਂ ਐਕਟਿਵ ਨੀਡਸ ਔਰ ਡਿਜ਼ਾਇਰ ਤੇ ਡਿਪੈਂਡ ਕਰਦਾ।
ਔਰ ਐਕਟਿਵ ਨੀਡਸ ਐਂਡ ਡਿਜ਼ਾਇਰ ਅਗਰ ਉਹਨੂੰ ਰਿਜੈਕਟ ਕਰ ਦੇਣ, ਫॉर एग्जांपल ਹੁਣੇ ਪ੍ਰੋਗਰਾਮ ਚੱਲ ਰਿਹਾ ਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਜਿਵੇਂ ਮੈਂ ਬੋਲ ਰਿਹਾ, ਹੋ ਸਕਦਾ ਕੁਝ ਲੋਕ ਨਹੀਂ ਵੀ ਸੁਣ ਰਹੇ ਹੋ ਤੇ ਉਹਨਾਂ ਦੀਆਂ ਡਿਜ਼ਾਇਰਸ ਨੇ, ਇਸ ਟਾਈਮ ਕੋਈ ਜ਼ਰੂਰੀ ਕੰਮ ਹੈ, ਉਹਨਾਂ ਨੂੰ ਜਲਦੀ ਹੈ ਜਾਣ ਦੀ, ਉਹਦੀ ਫਿਕਰ 'ਚ ਬੈਠੇ ਹੋਏ ਹੈ ਤੇ ਸਾਹਮਣੇ ਪ੍ਰੋਗਰਾਮ ਚੱਲ ਰਿਹਾ, ਬਟ ਉਹਨਾਂ ਦੀਆਂ ਡਿਜ਼ਾਇਰ ਕੁਝ ਹੋਰ ਹੈ, ਉਹਨਾਂ ਦੀ ਨੀਡ ਕੁਝ ਹੋਰ ਹੈ। ਉਹ ਫਿਲਟਰ ਉਹਨੂੰ ਅਲਾਉ ਨਹੀਂ ਕਰੇਗਾ ਜੋ ਬੋਲਿਆ ਜਾ ਰਿਹਾ ਉਹਨੂੰ ਸੁਣਨ ਨੂੰ, ਉਹ ਅੰਦਰੋਂ ਦੀ ਕੁਝ ਆਵਾਜ਼ ਆ ਰਹੀ ਹੈ ਉਹਨੂੰ ਸੁਣ ਕੇ ਤੇ ਅੱਗੇ ਕੰਮ ਚਲਾ ਰਹੇ। ਸੋ ਐਸਾ ਵੀ ਹੁੰਦਾ, ਅਸੀਂ ਕਲਾਸਰੂਮ 'ਚ ਬੈਠੇ ਹੋਈਏ, ਕਿਸੇ ਕਲਾਸ ਟੀਚਰ ਪੜ੍ਹਾ ਰਿਹਾ, ਅਸੀਂ ਕਿਤੇ ਹੋਰ ਹੁੰਦੇ ਹਾਂ ਤੇ ਅੰਦਰੋਂ ਦੀ ਕੁਝ ਸੈਪਰੇਟਲੀ ਸਟਿਮੂਲਸ ਚੱਲ ਰਿਹਾ ਹੁੰਦਾ ਜਿਹਦੇ ਨਾਲ ਕੌਨਸ਼ੀਅਸ ਮਾਈਂਡ ਲਗਾਤਾਰ ਕੰਮ ਕਰ ਰਿਹਾ। ਸੋ ਇਹਨਾਂ ਦੋਨਾਂ 'ਚੋਂ ਕਿਹਨੂੰ ਸਿਲੈਕਟ ਕਰਨਾ ਹੈ, ਕੀ ਸਿਲੈਕਟ ਕਰਨਾ ਹੈ, ਮੋਸਟ ਅਰਜੈਂਟ ਕੀ ਹੈ, ਪ੍ਰਾਇੋਰਿਟੀ ਕੀ ਹੈ, ਉਹ ਇਹ ਫਿਲਟਰ ਡਿਸਾਈਡ ਕਰਦਾ ਹੈ। ਉਹ ਇਹ ਫਿਲਟਰ ਕੋਈ ਅਲੱਗ ਨਹੀਂ ਹੈ, ਕੌਨਸ਼ੀਅਸ ਮਾਈਂਡ ਦਾ ਹਿੱਸਾ ਹੀ ਹੈ ਇੱਕ ਤਰ੍ਹਾਂ ਦਾ, ਬਟ ਥੋੜੀ ਐਂਟਰੀ ਪੁਆਇੰਟ ਤੇ ਚੈੱਕ ਕਰ ਲੈਂਦਾ ਇਹਨੂੰ ਲੈਣਾ ਜਾਂ ਨਹੀਂ ਲੈਣਾ ਕੌਨਸ਼ੀਅਸ ਮਾਈਂਡ 'ਚ। ਹੁਣ ਅਸੀਂ ਦੇਖਦੇ ਹਾਂ ਕਿ ਇਹ ਸਭ ਹੋਣ ਤੋਂ ਬਾਅਦ ਹੁੰਦਾ ਕੀ ਹੈ। ਕੌਨਸ਼ੀਅਸ ਮਾਈਂਡ ਕਿਸੇ ਸਟੇਜ ਵਿੱਚ ਬਾਡੀ ਨੂੰ ਐਕਸ਼ਨ ਲਈ ਆਰਡਰ ਦੇ ਦਿੰਦਾ ਹੈ। ਉਹ ਆਰਡਰ ਹੁੰਦਾ ਤੁਸੀਂ ਉੱਠ ਕੇ ਜਾਓ, ਕਿਚਨ ਤੱਕ ਪਾਣੀ ਦਾ ਗਲਾਸ ਲਿਆਓ, ਜਾਂ ਕਾਲ ਬੈਲ ਹੋਈ ਹੈ ਜਾ ਕੇ ਡੋਰ ਖੋਲੋ, ਜਾਂ ਤਿਆਰ ਹੋਵੋ ਸ਼ਾਮ ਨੂੰ ਕਿਤੇ ਜਾਣਾ ਹੈ। ਉਹ ਸਭ ਬਾਡੀ ਦੇ ਐਕਸ਼ਨ ਜਿਹੜੇ ਕੌਨਸ਼ੀਅਸ ਮਾਈਂਡ ਆਰਡਰ ਦਿੰਦਾ, ਬਾਡੀ ਐਕਸ਼ਨ ਕਰਨੇ ਸ਼ੁਰੂ ਕਰ ਦਿੰਦੀ ਹੈ। ਔਰ ਜੋ ਐਕਸ਼ਨ ਕਰ ਰਹੀ ਹੁੰਦੀ ਹੈ ਉਹ ਫਾਈਨਲੀ ਵਾਪਸ ਐਜ਼ ਅ ਡॉटेड ਲਾਈਨ ਰਿਲੇਸ਼ਨਸ਼ਿਪ ਵਿੱਚ ਸਬਕੌਨਸ਼ੀਅਸ ਮਾਈਂਡ 'ਚ ਆ ਕੇ ਬੈਠ ਜਾਂਦੇ ਆ। ਤੇ ਮੈਨੂੰ 1 ਘੰਟੇ ਬਾਅਦ ਕੋਈ ਪੁੱਛੇ ਕਿ ਤੁਸੀਂ ਪਾਣੀ ਪੀਤਾ ਸੀ ਜਾ ਕੇ ਕਿਚਨ 'ਚ, ਮੈਂ ਕਹਿ ਸਕਦਾ ਹਾਂਜੀ ਮੈਨੂੰ ਯਾਦ ਹੈ ਮੈਂ ਪੀਤਾ ਸੀ, ਉਹ ਮੇਰੀ ਮੈਮੋਰੀ 'ਚ ਹੈ। ਪਰ ਇਹ ਮੈਮੋਰੀ ਵੀ ਡਿਪੈਂਡ ਕਰਦਾ ਹੈ ਕਿ ਕੀ ਐਕਸ਼ਨ ਸੀ, ਉਹਦੀ ਕਿਤਨੀ ਇੰਪੋਰਟੈਂਸ ਸੀ, ਉਸ ਮੈਮੋਰੀ 'ਚੋਂ ਥੋੜਾ ਫੇਡ ਵੀ ਹੋ ਜਾਂਦਾ। ਮੈਂ 10 ਦਿਨ ਪਹਿਲਾਂ ਦਾ ਕੋਈ ਮੈਨੂੰ ਪੁੱਛੇ, ਮੈਂ ਨਹੀਂ ਦੱਸ ਸਕਦਾ ਕਿ ਮੈਂ ਕਿਚਨ 'ਚ ਜਾ ਕੇ ਪਾਣੀ ਪੀਤਾ ਸੀ ਕਿ ਨਹੀਂ ਪੀਤਾ ਸੀ, ਪਰ 10 ਦਿਨ ਪਹਿਲਾਂ ਮੈਨੂੰ ਕੋਈ ਬੰਦਾ ਮਿਲਿਆ ਸੀ ਉਹਦਾ ਮੈਂ ਸ਼ਾਇਦ ਦੱਸ ਸਕਦਾ। ਸੋ ਇਹ ਮੈਮੋਰੀ ਹੈ, ਆਪਣੇ ਆਪ ਡਿਸਾਈਡ ਕਰਦੀ ਹੈ ਕਿਤਨੀ ਮੈਮੋਰੀ ਕਿਤਨੇ ਟਾਈਮ ਤੱਕ ਰੱਖਣੀ ਹੈ ਨਹੀਂ ਰੱਖਣੀ। ਔਰ ਇਹ ਜਿਹੜੀ ਮੈਮੋਰੀ ਹੈ, ਐਕਸਪੀਰੀਅੰਸ ਹੈ, ਬਿਲੀਫਸ ਹੈ, ਇਹ ਟਾਈਮ ਦੇ ਨਾਲ ਵੱਧਦੇ ਜਾਂਦੇ ਆ। ਸੋ ਜਿਉਂ-ਜਿਉਂ ਇਨਸਾਨ ਦੀ ਏਜ ਵੱਧਦੀ ਹੈ, ਉਹਦੀ ਮੈਮੋਰੀ ਦੇ ਵਿਚਕਾਰ ਉਹ ਸਭ ਚੀਜ਼ਾਂ ਨੇ ਜੋ ਉਹਦੇ ਲਈ ਇੰਪੋਰਟੈਂਟ ਹੈ, ਪਿਛਲੇ 30 ਸਾਲ 50 ਸਾਲ 60 ਸਾਲ ਦੀਆਂ, ਔਰ ਐਕਸਪੀਰੀਅੰਸਿਸ ਹੈ ਉਹ ਨਾਲ ਚੱਲਦੇ ਆ ਸਭ। ਹੁਣ ਐਸਾ ਵੀ ਹੋ ਸਕਦਾ ਹੈ ਕਿ ਬਾਡੀ ਦਾ ਕੋਈ ਐਕਸ਼ਨ ਇਨਵੋਲਵਡ ਹੀ ਨਾ ਹੋਏ, ਕੌਨਸ਼ੀਅਸ ਮਾਈਂਡ 'ਚ ਕੋਈ ਚੀਜ਼ ਆਈ ਔਰ ਉਹਦਾ ਕੋਈ ਫਿਜ਼ੀਕਲ ਐਕਸ਼ਨ ਨਹੀਂ ਹੈ, ਪਰ ਮੈਮੋਰੀ 'ਚ ਆ ਕੇ ਕੁਝ ਫਿਕਸ ਹੋ ਗਿਆ। ਫॉर एग्जांपल ਮਾਈਂਡ 'ਚ ਆਇਆ ਕਿ ਉਸ ਬੰਦੇ ਨੂੰ ਮੈਂ ਮਿਲਣ ਜਾਣਾ ਸੀ, ਜਾ ਨਹੀਂ ਪਾਇਆ, ਤੇ ਮਾਈਂਡ ਦੇ ਵਿੱਚ ਆ ਗਿਆ ਮੈਂ ਕੱਲ ਉਹਨੂੰ ਫੋਨ ਕਰਾਂਗਾ। ਇਹਦੇ 'ਚ ਕੋਈ ਫਿਜ਼ੀਕਲ ਐਕਸ਼ਨ ਅੱਜ ਇਨਵੋਲਵਡ ਨਹੀਂ ਹੈ, ਪਰ ਇਹ ਮੈਮੋਰੀ ਜਾ ਕੇ ਬੈਠ ਗਿਆ ਵੀ ਕੱਲ ਉਹਨੂੰ ਕਾਲ ਕਰਨਾ। ਔਰ ਇਸ ਤਰ੍ਹਾਂ ਨਾਲ ਕੌਨਸ਼ੀਅਸ ਮਾਈਂਡ ਲਗਾਤਾਰ ਡਿਸੀਜਨਸ ਲੈ ਰਿਹਾ ਹੁੰਦਾ, every moment it is constantly taking decisions। ਔਰ ਇਹਨੂੰ ਸਟਿਮੂਲਸ 2 ਜਗ੍ਹਾ ਤੋਂ ਆਉਂਦੇ ਆ, ਐਕਸਟਰਨਲੀ ਜਾਂ ਇੰਟਰਨਲੀ, 2 ਅਲੱਗ-ਅਲੱਗ ਤਰੀਕੇ ਦੇ ਨਾਲ ਐਕਸ਼ਨਸ ਹੋ ਰਹੇ ਹੁੰਦੇ ਆ, ਚਾਹੇ ਉਹ ਬਾਡੀ ਇਨਵੋਲਵਡ ਹੈ ਸਿਰਫ ਮਾਈਂਡ ਇਨਵੋਲਵਡ ਹੈ। ਇਹ ਸਭ ਸਾਡੀ ਦੁਨੀਆ ਦੀ ਗੇਮ ਚੱਲਦੀ, ਇਹੀ ਦੁਨੀਆ 'ਚ ਹੋ ਰਿਹਾ, ਇਹੀ ਦੁਨੀਆ 'ਚ ਸਭ ਕੁਝ ਹੈ, ਇਸੀ ਦਾ ਨਾਂ ਦੁਨੀਆ ਹੈ। ਲਗਾਤਾਰ ਜਦ ਦੇ ਪੈਦਾ ਹੋਏ ਆ ਇਹ ਸਿਸਟਮ ਚੱਲਿਆ ਚਲਾ ਜਾ ਰਿਹਾ। ਹੁਣ ਅਸੀਂ ਦੇਖੀਏ ਦੂਸਰੀ ਸਾਈਡ ਤੇ ਕਿ ਕੁਝ ਐਸੇ ਵੀ ਸ਼ਖਸ ਹੈ, ਰੂਹਾਂ ਹੈ, ਜੋ ਆਪਣੇ ਆਪ ਨੂੰ ਕੁਝ ਜੋ ਜ਼ਿੰਦਗੀ ਦੇ ਬੁਨਿਆਦੀ ਸਵਾਲ ਹੈ ਉਹਦੇ ਨਾਲ ਜਾ ਕੇ ਉਹਦੇ ਸਵਾਲਾਂ ਦੇ ਜਵਾਬ ਲੱਭਣਾ ਚਾਹੁੰਦੇ ਆ ਕਿ ਮੈਂ ਕਿਉਂ ਆਇਆ ਇਸ ਧਰਤੀ ਤੇ, ਮੈਨੂੰ ਕਿਉਂ ਭੇਜਿਆ ਗਿਆ, ਇਹਦੇ ਪਿੱਛੇ ਸਿਸਟਮ ਦੇ ਪਿੱਛੇ ਕੌਣ ਹੈ, ਕੌਣ ਚਲਾ ਰਿਹਾ, ਉਹ ਚਲਾ ਰਿਹਾ ਤੇ ਉਹਦੇ ਪਿੱਛੇ ਕੀ ਕਨਸੈਪਟਸ ਹੈ। ਤੇ ਸੁਪਰ ਕੌਨਸ਼ੀਅਸ ਮਾਈਂਡ ਦੀ ਤਰਫ ਜਾਣ ਦੀ ਵੀ ਜਬ ਖਾਹਿਸ਼ ਹੋਏ ਔਰ ਕੋਈ ਟਾਈਮ ਨਿਕਾਲੇ, ਇਹ ਐਸਾ ਟਾਈਮ ਹੁੰਦਾ ਜਦੋਂ ਅਸੀਂ ਕਹਿ ਸਕਦੇ ਹਾਂ ਅਸੀਂ ਆਪਣਾ ਆਤਮਾ ਨੂੰ ਜਾਗਰੂਕ ਕਰ ਰਹੇ ਹਾਂ, ਆਤਮਿਕ ਲੋਕ ਉਹਦੇ ਤੇ ਥੋੜਾ ਜਿਹਾ ਆਪਣੇ ਆਪ ਨੂੰ ਝੰਜੋੜ ਰਹੇ ਹਾਂ, ਆਪਣੇ ਆਪ ਨੂੰ ਅਲਰਟ ਕਰ ਰਹੇ ਹਾਂ। ਹੁਣ ਆਤਮਾ ਨੇ ਸਵਾਲ ਖੜੇ ਕੀਤੇ ਹਨ ਵੀ ਜਰਾ ਪਤਾ ਲਗਾਓ ਇਹ ਸਭ ਕੀ ਹੈ। ਸੋ ਜੋ ਜਿਗਿਆਸੂ ਹੈ ਉਹ ਸੁਪਰ ਕੌਨਸ਼ੀਅਸ ਮਾਈਂਡ ਦੀ ਤਰਫ ਜਾਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਆਪਣੇ ਆਪ ਨੂੰ ਖੋਜਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਇਹ ਸੁਪਰ ਕੌਨਸ਼ੀਅਸ ਮਾਈਂਡ ਕੀ ਹੈ, ਦੈਟ ਮੀਨਸ ਮੈਂ ਹੁਣ ਕਾਸਮੋਸ ਦੇ ਨਾਲ ਕਨੈਕਟ ਹੋਣ ਦੀ ਕੋਸ਼ਿਸ਼ ਕਰ ਰਿਹਾ, ਪੂਰੇ ਯੂਨੀਵਰਸ ਦੇ ਨਾਲ ਜਾਂ ਪੂਰੀ ਸ੍ਰਿਸ਼ਟੀ ਜਿਹਨੂੰ ਕਹਿ ਸਕਦੇ ਹੋ, ਕ੍ਰੀਏਸ਼ਨ ਦੇ ਨਾਲ ਮੈਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਆਪਣੇ ਆਪ ਨੂੰ ਕਨੈਕਟ ਕਰ ਰਿਹਾ। ਮੈਨੂੰ ਇਸ ਤੋਂ ਜੋ ਵੀ ਜਵਾਬ ਮਿਲਣਗੇ, ਜੋ ਕੁਝ ਵੀ ਹੋਏਗਾ, ਉਹ ਵਾਪਸ ਮੇਰੇ ਕੌਨਸ਼ੀਅਸ ਮਾਈਂਡ ਵਿੱਚ ਆਣਗੇ। ਕੌਨਸ਼ੀਅਸ ਮਾਈਂਡ ਤੋਂ ਇਸ ਡॉटेड ਲਾਈਨ ਤੋਂ ਜੋ ਲੈਫਟ ਤੇ ਹੁੰਦੀ ਮੇਰੇ ਐਕਸਪੀਰੀਐਂਸਿਸ, ਬਿਲੀਫ, ਵੈਲਿਊ ਸਿਸਟਮ ਦੇ ਵਿੱਚ ਚਲੇ ਜਾਣਗੇ। तो इत्थे आके आहिस्ता आहिस्ता जितना टाइम इधर लगावांगे साडे बिलीफ सिस्टम, वैल्यूज, लाइक्स इन्हां विचकार थोड़ा चेंज आना शुरू होएगा। सो आत्मिक तौर ते जो जागरूक होणगे उन्हां दे एक्शंस भी, क्योंकि इत्थों दी उठ के आने एक्सपीरियंसिस तो,
क्योंकि कॉन्शियस माइंड ने अखीर चों सेध इत्थों ही लैनी है, ਜਿਹੜੇ ਇੱਥੇ ਆ ਕੇ ਇਕੱਠੇ ਹੁੰਦੇ ਜਾ ਰਹੇ ਇੰਪ੍ਰੈਸ਼ਨਸ ਦੇ ਅੰਡਰ, ਤੇ ਉਹ ਵੀ ਇੰਪਰੂਵ ਹੁੰਦੇ ਜਾਣਗੇ ਬੋਡੀ ਵਾਲੇ ਐਕਸ਼ਨ ਦੇ। ਹੁਣ ਅਸੀਂ ਦੇਖੀਏ ਕਿ ਗੁਰਬਾਣੀ ਦੇ ਵਿਚਕਾਰ ਇਹਨਾਂ ਦੇ ਵਿਚਕਾਰ ਕਿਹੜੇ ਕਿਹੜੇ ਵਰਡਸ ਇਸਤੇਮਾਲ ਹੋਏ ਆ, ਉਹ ਸਾਨੂੰ ਬਹੁਤ ਜਾਣਨਾ ਜ਼ਰੂਰੀ ਹੈ। ਇਹ ਇੱਕ ਸਾਇੰਟਿਫਿਕ ਪੱਖ ਦੇ ਨਾਲ ਐਕਸਪਲੇਨ ਕੀਤੀ ਹੋਈ ਚੀਜ਼ ਹੈ, ਔਰ ਇਹ ਬਿਲਕੁਲ ਕਰੈਕਟ ਮਾਡਲ ਹੈ। ਐਸਾ ਵੀ ਜ਼ਰੂਰੀ ਨਹੀਂ ਹੈ, ਇਹਦੇ 'ਚ ਵੀ ਇੰਪਰੂਵਮੈਂਟਸ ਹੋ ਸਕਦੀਆਂ ਨੇ ਔਰ ਇਹਨੂੰ ਹੋਰ ਐਕਸਪੈਂਡ ਕੀਤਾ ਜਾ ਸਕਦਾ ਹੈ, ਪਰ ਸਾਡੇ ਗੁਜ਼ਾਰੇ ਲਈ ਇਹ ਕੰਮ ਲਈ ठीक है। मतलब ये बहुत कुछ और भी ऐड करने दी चीज़ा ने, पर शायद उसकी इतनी इंपॉर्टेंस नहीं है। तो जो कॉन्शियस माइंड है बाणी च उन्होंने सुरत क्या, सुरत भी होना कोई ना, हर कोई कॉन्शियस है, एवरी टाइम एवरीबडी इज कॉन्शियस। और शब्द सुरत दे जो मेल दी गल आई है, शब्द ने भी इत्थे आके सुरत दे लेवल ते टिक जाना है, और उस शब्द सुपर कॉन्शियस माइंड तो लिया के कॉन्शियस माइंड दे विच रख के शब्द सुरत दा मेल करके उहदे बारे गुरबाणी दे विचकार असीं सब जानते हैं गुरु नानक साहब ने किस तरह सतगुरु पाया। तो वो एक अलग चैप्टर और टॉपिक है, बट कॉन्शियस माइंड जो इस टाइम असीं सोच रहे हैं, जो साडे विचारां चल रहे हैं, उन्होंने असीं कॉन्शियस माइंड कहते हैं, जो कि सुरत है। नैक्सट आंदा मत, जो सबकॉन्शियस माइंड दे विच इंप्रैशनस और ऑटो पायलट है, वो साडी मत है, जिन्होंने असीं कहते हैं गुरु की मत तू ले ही आने, कि थोड़ी मत अपनी इत्थों दी लैके सुपर कॉन्शियस माइंड तू इनू इस रस्ते तू भेज के गुरु दी मत नू इत्थे टिकाण दी कोशिश कर। हैबिट्स विच, इमोशंस विच, बिलीव्स विच, वैल्यूज विच, सब दे विच आहिस्ता 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 चेंज करो। सो गुरु दी मत है कि मेरी अपनी मत है, वही मेन फर्क पै जाता है। सो जितना कुछ इंप्रैशंस और ऑटो पायलट है वो मत है। इस तो अगे चलिए तो जो फिल्टर लग्या होया है, ये सारा कुछ असीं नूं मन कह सकते हैं, कि जे मेरा मन मनेगा तो मैं एक्सटर्नल स्टिमुलस नूं लवांगा, मेरा मन नहीं मनेगा तो नहीं लवांगा। ये साडा मन है जो कॉन्शियस दे बिल्कुल नाल जुड़िया होया, कि कॉन्शियस नूं की भेजना है की नहीं भेजना, ये साडियां एक्टिव नीड्स एंड डिजायर ते डिपेंड करता है। और फिल्टरिंग हो रही है कि मन कहता कि इस बंदे को सुन लो तो सुन लोगे, मन कहता उठ के चल पो तो चल पोगे। जो मन कहेगा कॉन्शियस माइंड उन्होंने एनालाइज करके ताई अगे एक्शन फॉरवर्ड करेगा, किस चीज ते मन है। और ये सारी गेम सारी बाणी मन नू पलटन दी है, असी उहदे ते हुणे आवांगे। ये जो इंटलैक्ट है, लॉजिक्स, रीजनिंग, कैलकुलेशंस, इनू कहते हैं बुद्ध। ते तिथे घड़िए सुरत, मत, मन, बुद्ध। असी सब कॉन्शियस माइंड नाल जुड़ के, सुपर कॉन्शियस माइंड नाल जुड़ के जो परिवर्तन लियाना है, वो साडी सुरत दे विच भी वो विचार आण जिहड़े इस इंप्रैशनस तो उठे ने। और इंप्रैशन च बिलीफ और वैल्यूज हैं, वो गुरबाणी ते आधारित हैं। सो कॉन्शियस उन्होंने उठा के ही एक्सेप्ट करे, मन उन्होंने जान देवे अंदर। साडी जो मत है उहदे विचकार इंप्रूवमेंट होए, जो साडी बुद्ध है, लॉजिक्स, रीजनिंग, कैलकुलेशन है, उहदे विच भी इंप्रूवमेंट होए, और लगातार स्टैप बाय स्टैप होती जाए। सो ये 36वीं पौड़ी सरम खंड विच तिथे घड़िए सुरत, मत, मन, बुद्ध, इन्हां दा आपस दा रिलेशन समझना जरूरी है। रहना असी इसी दुनिया च है, असी दुनिया नूं छोड़ के नहीं जा रहे, पर असी कुछ ना कुछ अपने गुरु कोलों सुपर कॉन्शियस माइंड तो आहिस्ता आहिस्ता लेना शुरू करिए, ताकि ये जो नीचे का सारा सिस्टम है, सारा सिस्टम ठीक हो जाए। अजे थोड़ा जा होर अगे चलिए तो जो सोल है, आत्मा है, इनू बाणी विच उन्मन ही क्या है। मन दे पिछे का जो मन है वो आत्मा है, ये दोनों च कोई फर्क नहीं है। मन तो जोत स्वरूप है, अपना मूल पछाण। साडा मन और सोल इन्हां च कोई फर्क नहीं है। एक मन दे उत्ते कवच चढ़िया होया, एक फिल्टर का छोटा जिहा पार्ट आ गया जिन्हों असीं उठा के साइड ते रखना है, ताकि असी मन मत ते ना चलीए और गुरु मत ते चलीए। इसनू हटा के उन्मन नू इत्थे लिया के बिठा देना है। जदों उन्मन मतलब मन और उन्मन है एक ही ने, जिवें कहंदे ना कि किव सचारा होई है कि कूड़े टुट्टे पाल। वो कूड़े टुट्टे पाल जदों कूड़ दी दीवार टुटदी है तो पता लगता है कि पिछे तो सोल ही सी। उसी आत्मा ने, उसी उन्मन ने ही सब कुछ साडा ठीक कर देना। सो वो अवस्था उन्मन बाणी विच कई जगह ते आया जिथे मन नू पलटा के उन्मन वल चले जाना। सो मन नू पलटन दी जो सारी गेम है वो यही सब गुरु ग्रंथ साहिब च चल रही है। जिस दिन मन पलट गया
इन्हें सब कुछ सुपर कॉन्शियस माइंड तो सोल आके लेना शुरू करेगी। आहिस्ता आहिस्ता सब ठीक हो जाएगा, आहिस्ता आहिस्ता इंप्रेशन ठीक हो जाएंगे, हैबिट ठीक हो जाएंगे, इमोशन साफ हो जाएंगे, लॉजिक ठीक हो जाएंगे। और देखते देखते कॉन्शियस माइंड विच हमेशा साफ सुथरियां चीज़ां ही ਆਣਗੀਆਂ ਜਿਹਦੇ ਨਾਲ ਬੋਡੀ ਦੇ ਐਕਸ਼ਨਸ ਜਾਂ ਜੋ ਮੈਂਟਲ ਐਕਸ਼ਨ ਹੈ ਉਹ ਵੀ ਪਰਫੈਕਟ ਹੁੰਦੇ ਜਾਣਗੇ। ਸੋ ਮਨ ਨੂੰ ਉਨਮਨ ਤੱਕ ਲੈ ਜਾਣਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਗੁਰੂ ਸਾਹਿਬ ਕਹਿ ਰਹੇ ਨੇ ਐਕਚੁਅਲ ਵਿੱਚ ਮਨ ਦੀ ਅਵਸਥਾ ਇੱਥੇ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਗਰ ਅਸੀਂ ਦੇਖੀਏ ਤੇ ਬਾਣੀ ਦੇ ਵਿਚਕਾਰ ਮਤ ਵਰਡ ਇੱਕ ਓਵਰਆਲ ਤੌਰ ਤੇ ਵੀ ਆਇਆ, ਜਿਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਮਿਲਾ ਦਈਏ ਉਹਨੂੰ ਵੀ ਬਾਣੀ ਮਤ ਹੀ ਕਹਿੰਦੀ ਹੈ। ਸੋ ਮਤ ਦੇ ਦੋ ਤਰੀਕੇ ਨਾਲ ਬਾਣੀ 'ਚ ਹੈ, ਇੱਕ ਇੰਪ੍ਰੈਸ਼ਨਸ ਐਂਡ ਆਟੋ ਪਾਇਲਟ, ਯਾਨੀ ਕਿ ਜੋ ਸਾਡੇ ਮਨ ਤੇ ਛਾਪ, ਜੋ ਸਾਡੇ ਮਸਤਕ ਵਿੱਚ ਛਾਪ ਹੈ ਔਰ ਜੋ ਸਾਡੀਆਂ ਆਦਤਾਂ ਉਹਨਾਂ ਨੂੰ ਵੀ ਮਤ ਕਹਿੰਦੇ ਆ, ਔਰ ਇੱਕ ਸਾਰੇ ਗੇਮ ਨੂੰ ਮਿਲਾ ਦਿਓ ਉਹ ਵੀ ਮਤ ਹੀ ਕਹਿੰਦੇ। ਸੋ ਮਤ ਦੋ ਤਰੀਕੇ ਨਾਲ ਬਾਣੀ 'ਚ ਆਇਆ। ਇਹ ਮਾਡਲ ਥੋੜਾ ਸਮਝਣ 'ਚ ਸ਼ੁਰੂ 'ਚ ਟਾਈਮ ਲੱਗਦਾ ਹੈ, ਪਰ ਇੱਕ ਵਾਰ ਸਮਝ ਆ ਜਾਏ ਤੇ ਕਾਫੀ ਸਾਨੂੰ ਕਲੈਰਿਟੀ ਵੀ ਮਿਲਦੀ ਹੈ ਇਸ ਤੋਂ। ਹੁਣ ਅਸੀਂ ਚੱਲਦੇ ਹਾਂ ਫਾਈਨਲੀ ਥੋੜਾ ਜਿਹਾ ਅੱਗੇ ਦੇਖੀਏ ਕਿ ਇਹਦਾ ਫਰਕ ਕੀ ਪੈਂਦਾ। ਰੂਹਾਨੀ ਮਾਰਗ ਤੋਂ ਬਿਨਾਂ ਮਤ ਦੀ ਕੀ ਅਵਸਥਾ ਹੈ? that is the state of mind without spiritual path, and this is the state of mind with spiritual path। ਤੇ ਮਤ ਜੋ ਸਾਡਾ ਮਸਤਿਸ਼ਕ ਹੈ ਉਹਦੇ ਵਿਚਕਾਰ ਫਰਕ ਜੋ ਪੈਂਦਾ ਹੈ ਉਹਨੂੰ ਗੁਰੂ ਸਾਹਿਬ ਕਹਿੰਦੇ ਆ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣ। ਤੇ ਸਾਨੂੰ ਜੋ ਅਸੀਂ ਹੁਣੇ ਪਿੱਛੇ ਡਿਸਕਸ ਕੀਤਾ ਹੈ ਇਹਨਾਂ ਸਾਰੇ ਜੰਜਾਲ ਨੂੰ ਖਤਮ ਕਰਕੇ ਆਪਣੇ ਮਤ ਨੂੰ ਇਸ ਸਟੇਜ ਵਿੱਚ ਲੈ ਜਾਣਾ ਜਿੱਥੇ ਕਿ ਮਤ ਵਿੱਚ ਰਤਨ ਜਵਾਹਰ ਮਾਣਕ ਦੀ ਤਰ੍ਹਾਂ ਉਹ ਸਾਹਮਣੇ ਆ ਰਹੇ ਹੋਣ। ਪਰ ਇੱਥੇ ਹੁਣ ਇੱਕ ਬਹੁਤ ਵੱਡਾ ਸਵਾਲ ਆਏਗਾ ਸਾਡੇ ਸਾਹਮਣੇ। ਉਹ ਸਵਾਲ ਹੈ ਮਨ ਨੇ ਮਨ ਦਾ ਮਾਰਗਦਰਸ਼ਨ ਕਰਨਾ ਹੈ, ਐਕਚੁਅਲ ਚੇਂਜ ਕਿੰਨੇ ਕਰਨਾ ਹੈ ਮਨ ਨੂੰ? ਮਨ ਨੇ ਹੀ ਮਨ ਨੂੰ ਚੇਂਜ ਕਰਨਾ ਹੈ। ਦੈਟ ਇਜ਼ ਦਾ ਬਿਗੇਸਟ ਪ੍ਰੋਬਲਮ ਕਿ ਮਨ ਨੂੰ ਪਲਟਣ ਲਈ ਵੀ ਸਾਨੂੰ ਮਨ ਦੀ ਹੈਲਪ ਲੈਣੀ ਪੈ ਰਹੀ ਹੈ ਤਾਂ ਕਿ ਸੁਰਤ ਮਤ ਮਨ ਬੁੱਧ ਸ਼ੁੱਧ ਹੋ ਸਕਣ। ਔਰ ਮਨ ਨੇ ਮੰਨਣ ਨੂੰ ਤਿਆਰ ਹੀ ਨਹੀਂ ਕਿ ਮੈਂ ਗਲਤ ਹੋ ਸਕਾਂ। ਇਹ ਸਭ ਨਾਲ ਵੱਡਾ ਮਸਲਾ ਬਣ ਕੇ ਸਾਹਮਣੇ ਆ ਜਾਂਦਾ। ਇੱਥੇ ਜਾ ਕੇ ਈਗੋ ਹੈ ਉਹ ਕਦੀ ਵੀ ਨਹੀਂ ਮੰਨਣ ਨੂੰ ਤਿਆਰ ਹੁੰਦੀ ਕਿ ਮੈਂ ਕਦੀ ਗਲਤ ਵੀ ਹੋ ਸਕਦਾ। ਗੁਰੂ ਕੀ ਠੀਕ ਹੈ, ਗੁਰੂ ਨੇ ਕਿਹਾ, ਪਰ ਫਿਰ ਵੀ ਮੈਨੂੰ ਤੇ ਸਭ ਪਤਾ ਹੀ ਹੈ। ਅਸੀਂ ਆਪਣੀ ਮਤ ਨੂੰ ਬਹੁਤ ਸੁਪੀਰੀਅਰ ਔਰ ਸਭ ਕੁਝ ਸਮਝਦੇ ਹਾਂ, ਇਸ ਕਰਕੇ ਮਨ ਮੰਨਦਾ ਹੀ ਨਹੀਂ ਕਿ ਮੇਰੀ ਮਤ ਦੇ ਵਿਚਕਾਰ ਕੋਈ ਕਮਜ਼ੋਰੀਆਂ ਨੇ। ਔਰ ਮਨ ਹੀ ਨਹੀਂ ਮੰਨੇਗਾ ਤੇ ਮਨ ਕਦੀ ਅੰਦਰ ਤੱਕ ਕੌਨਸ਼ੀਅਸ ਲੈਵਲ ਤੱਕ ਜਾਣ ਹੀ ਨਹੀਂ ਦੇਗਾ। ਤੇ ਹੁਣ ਜੋ 38ਵੀਂ ਪੌੜੀ ਹੈ ਉੱਥੇ ਗੁਰੂ ਸਾਹਿਬਾਨ ਮਨ ਨੂੰ ਪਲਟਣ ਦੇ ਲਈ ਇੱਕ ਵਿਧੀ ਦੱਸ ਰਹੇ ਹਨ। ਅਸੀਂ ਇੱਕ ਇੱਕ ਕਰਕੇ ਹੁਣ ਚੱਲਦੇ ਹਾਂ ਸੁਨਿਆਰ ਦੀ ਵਰਕਸ਼ਾਪ ਦੇ ਵਿਚਕਾਰ। ਅਗਰ ਇੱਥੇ ਤੱਕ ਕੁਐਸਚਨ ਹੈ ਤੇ ਜਾਂ ਤੇ ਅਸੀਂ ਉਹ ਕੁਐਸਚਨ ਹੁਣ ਲਈਏ ਜਾਂ ਫਿਰ ਉਹ ਕੁਐਸਚਨ ਅਸੀਂ ਐਂਡ ਦੇ ਵਿੱਚ ਲਈਏ। ਜੀ ਮੇਰੇ ਖਿਆਲ ਐਂਡ 'ਚ ਲੈਣੇ ਠੀਕ ਹੈ ਜੀ, ਹਨਾ, ਫਿਰ ਕੰਟੀਨਿਊਟੀ ਰਹੇਗੀ। ਹਾਂਜੀ, ਹੋ ਸਕਦਾ ਉਹਨਾਂ ਦੇ ਜਵਾਬ ਅੱਗੇ ਆ ਹੀ ਰਹੇ ਹੋਣ, ਇਹ ਵੀ ਹੋ ਸਕਦਾ ਜੀ। ਹੁਣ ਸੁਨਿਆਰ ਦੀ ਵਰਕਸ਼ਾਪ ਦੇ ਵਿੱਚ ਅਸੀਂ ਦੇਖੀਏ ਕਿ ਕਰਕੇ ਕਿਹੜੇ ਟੂਲਸ ਹੁੰਦੇ ਨੇ ਸੁਨਿਆਰ ਦੀ ਵਰਕਸ਼ਾਪ ਵਿੱਚ। ਜਿਹੜੇ ਬਾਣੀ 'ਚ 38ਵੀਂ ਪੌੜੀ 'ਚ ਵਰਡਸ ਆਏ ਨੇ, ਇੱਕ ਹੈ ਪਹਾਰਾ। ਪਹਾਰਾ ਉਹ ਸਥਾਨ ਹੈ ਜਿੱਥੇ ਉਹ ਥੋੜਾ ਜਿਹਾ ਪਰੇ ਜਾ ਕੇ, ਜਿੱਥੇ ਕਿ ਡਿਸਟਰੈਕਸ਼ਨ ਨਾ ਹੋਏ, ਇੱਕ ਜਗ੍ਹਾ ਤੇ ਬੈਠਦੇ ਨੇ ਤਾਂ ਕਿ ਡਿਸਟਰਬੈਂਸ ਨਾ ਹੋਏ। ਕੰਮ ਬਹੁਤ ਬਰੀਕੀ ਔਰ ਬੜੇ ਧਿਆਨ ਨਾਲ ਕਰਨ ਵਾਲਾ ਹੈ ਕਿਉਂਕਿ ਗੋਲਡ ਵੇਸਟ ਜਾ ਸਕਦਾ ਹੈ। ਉੱਥੇ ਜਿੱਥੇ ਬੈਠ ਕੇ ਕੰਮ ਹੁੰਦਾ ਉਹਨੂੰ ਪਹਾਰਾ ਕਹਿੰਦੇ ਨੇ। ਐਰਣ ਜੋ ਕਿ ਐਨਵਲ ਹੈ, ਕਈ ਵਾਰ ਤੁਸੀਂ ਮੋਚੀ ਦੇ ਕੋਲ ਐਨਵਲ ਦੇਖਿਆ ਹੋਵੇਗਾ, ਇਸੇ ਤਰ੍ਹਾਂ ਗੋਲਡਸਮਿਥ ਦੇ ਕੋਲ ਵੀ ਐਨਵਲ ਹੁੰਦਾ। ਇਸ ਐਨਵਲ ਤੇ ਰੱਖ ਕੇ, ਇਹ ਸਟੇਬਲ ਚੀਜ਼ ਹੁੰਦੀ ਹੈ, ਇਸ ਐਨਵਲ ਤੇ ਰੱਖ ਕੇ ਇਹਨੂੰ ਹਥੌੜੀ ਮਾਰੀ ਜਾਂਦੀ ਹੈ। ਉਹ ਅੱਗੇ ਅਸੀਂ ਡਿਸਕਸ ਕਰਾਂਗੇ। ਇੱਕ ਹਥਿਆਰ ਐਰਣ ਹੈ ਔਰ ਬਾਕੀ ਹਥਿਆਰ ਹੈ ਟੋਂਗ ਐਂਡ ਹੈਮਰ, ਯਾਨੀ ਕਿ ਪਕੜਨ ਦੇ ਲਈ ਟੋਂਗ ਹੁੰਦੀ ਹੈ ਤਾਂ ਕਿ ਗਰਮ ਚੀਜ਼ਾਂ ਨੂੰ ਪਕੜਨ ਲਈ ਇੱਕ ਹਥਿਆਰ ਚਾਹੀਦਾ, ਹਥੌੜੀ ਮਾਰਨ ਲਈ ਵੀ ਹਥੌੜੀ ਚਾਹੀਦੀ ਹੈ। ਸੋ ਇਹ ਹਥਿਆਰ ਨੇ। ਖਲਾ ਹੁੰਦੀ ਹੈ ਇੱਕ ਬਲੋ ਪਾਈਪ ਜਿਹਦੇ ਥਰੂ ਫੂਕ ਮਾਰ ਕੇ ਬਲੋ ਕੀਤਾ ਜਾਂਦਾ, ਅੱਗ ਨੂੰ ਜਲਾਇਆ ਜਾਂਦਾ ਔਰ ਅੱਗ ਨੂੰ ਤੇਜ਼ ਕੀਤਾ ਜਾਂਦਾ। ਸੋ ਉਹ ਖਲਾ ਕਹਿੰਦੇ ਨੇ ਉਹਨੂੰ। ਅਗਨ ਤੇ ਹੈ ਹੀ ਹੈ ਜਿਹਦੇ ਵਿਚਕਾਰ ਸੋਨੇ ਨੂੰ ਪਿਘਲਾਣਾ ਹੈ, ਗਰਮ ਕਰਨਾ ਹੈ, ਅਗਨ ਹੁੰਦੀ ਹੈ। ਔਰ ਇੱਕ ਭਾਂਡਾ ਹੁੰਦਾ ਜਿਹਦੇ ਚ ਗਰਮ
ਮਟੀਰੀਅਲ ਲਿਆ ਕੇ ਉਹਨੂੰ ਫਟਾਫਟ ਨਿਤਾਰ ਲਿੱਤਾ ਜਾਂਦਾ। ਉਹਦੇ ਇੱਕ ਸਾਈਡ ਤੇ ਕੋਨੇ ਤੇ ਬਣਿਆ ਹੋਇਆ ਜਿਹਦੇ ਤੋਂ ਮੈਲਟਡ ਜਿਹੜੇ ਪੋਰਸ਼ਨ ਨੇ ਵੱਖਰਾ ਤਾਂ ਕਿ ਗੰਦਗੀ ਥੱਲੇ ਰਹਿ ਜਾਏ। ਸੋ ਇੱਕ ਭਾਂਡਾ ਜਿਹਦੇ ਤੋਂ ਸੈਪਰੇਟ ਕਰ ਲਿੱਤਾ ਜਾਂਦਾ। ਸੋ ਇਹ ਵਰਡਸ ਦਾ ਜ਼ਿਕਰ ਆਇਆ 38ਵੀਂ ਪੌੜੀ ਦੇ ਅੰਦਰ, ਤੇ ਅਸੀਂ ਹੁਣ ਦੇਖਦੇ ਹਾਂ ਇਹ ਪ੍ਰੋਸੈਸ ਕੀ ਹੈ। ਹੁਣ ਅਸੀਂ ਜਦੋਂ ਗੱਲ ਕਰਦੇ ਹਾਂ ਪ੍ਰੋਸੈਸ ਦੀ, ਤੇ ਪ੍ਰੋਸੈਸ ਹੁੰਦਾ ਜਿਹਦੇ ਚ ਕਈ ਸਾਰੀਆਂ ਚੀਜ਼ਾਂ ਸਟੈਪ ਬਾਈ ਸਟੈਪ ਫੋਲੋ ਕੀਤੀਆਂ ਜਾਣ ਔਰ ਉਹ ਐਕਸ਼ਨਸ ਲਏ ਜਾਣ ਜਿਹਦੇ ਨਾਲ ਕਿ ਸਾਨੂੰ ਐਂਡ ਰਿਜ਼ਲਟ ਮਿਲ ਜਾਏ। ਚਾਹੇ ਉਹ ਕਿਚਨ ਦੇ ਵਿੱਚ ਕੁਕਿੰਗ ਹੈ, ਕੋਈ ਸਬਜ਼ੀ ਬਣਾਉਣੀ ਹੈ, ਸਾਨੂੰ ਪਤਾ ਪਹਿਲੇ ਕਟਿੰਗ ਹੋਏਗੀ, ਫਿਰ ਉਹਨੂੰ ਜੋ ਵੀ ਕਰਨਾ ਹੈ ਬਾਅਦ ਚ ਮਸਾਲੇ ਪਾਣੇ ਆ, ਸਭ ਕੁਝ ਕਰਨਾ ਇੱਕ ਪ੍ਰੋਸੈਸ ਹੁੰਦਾ। ਉਸ ਪ੍ਰੋਸੈਸ ਤੋਂ ਚੱਲਦੇ ਜਾਓ ਤੇ ਫਾਈਨਲੀ ਸਾਨੂੰ ਐਂਡ ਰਿਜ਼ਲਟ ਮਿਲਦਾ। ਤੇ ਇੱਥੇ ਗੁਰੂ ਸਾਹਿਬ ਨੇ ਬੜੇ ਸਿੰਪਲੀਫਾਈਡ ਤਰੀਕੇ ਨਾਲ ਸੁਨਿਆਰ ਨੂੰ ਸਾਹਮਣੇ ਰੱਖਿਆ। ਮੈਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬਾਨ ਨੇ ਜਦੋਂ ਇਹ ਸ਼ਬਦ ਰਚਿਆ ਹੋਏਗਾ ਤੇ ਸ਼ਾਇਦ ਕਿਸੇ ਸੁਨਿਆਰ ਦੇ ਸਾਹਮਣੇ ਬੈਠੇ ਹੋਣਗੇ ਜਾਂ ਜੋ ਵੀ ਉਹਨਾਂ ਦੇ ਮਨ 'ਚ ਵਿਚਾਰ ਆਇਆ ਹੋਏਗਾ, ਪਰ ਸਾਰੀ ਗੱਲ ਇੱਥੇ ਸ਼ੁੱਧੀਕਰਨ ਦੀ ਹੈ। ਔਰ ਸ਼ੁੱਧੀਕਰਨ ਨੂੰ ਉਸ ਅਵਸਥਾ ਤੱਕ ਲਿਆਣਾ ਜਿਵੇਂ ਅਸੀਂ ਅੱਜ ਕੱਲ੍ਹ 24 ਕੈਰਟ ਕਹਿੰਦੇ ਆ, ਸ਼ਾਇਦ ਉਸ ਤੋਂ ਵੀ ਜ਼ਿਆਦਾ ਕੋਈ ਉੱਪਰ ਕੈਰਟ ਹੁੰਦਾ ਹੈ, ਕਿ ਟੋਟਲ ਸ਼ੁੱਧੀਕਰਨ ਹੋ ਜਾਏ। ਔਰ ਇਹ ਪ੍ਰੋਸੈਸ ਬਾਰ-ਬਾਰ ਰਿਪੀਟ ਕੀਤਾ ਜਾਂਦਾ ਹੈ। ਇਸ ਭਾਂਡੇ ਦੇ ਵਿੱਚ ਤੋਂ ਜਿਹੜਾ ਗੋਲਡ ਸੈਪਰੇਟ ਕੀਤਾ ਜਾਂਦਾ ਉਹਨੂੰ ਫਿਰ ਇਸ ਪ੍ਰੋਸੈਸ ਤੋਂ ਨਿਕਾਲਿਆ ਜਾਂਦਾ 3 ਵਾਰ 4 ਵਾਰ 5 ਵਾਰ। ਜਿਵੇਂ ਕਿ 14 ਕੈਰਟ 16 ਕੈਰਟ 18 ਕੈਰਟ 22 ਕੈਰਟ 24 ਕੈਰਟ ਗੋਲਡ ਹੁੰਦਾ। ਇਹਨੂੰ ਕਈ ਵਾਰ ਕਰਨ ਤੋਂ ਬਾਅਦ ਬਿਲਕੁਲ ਸ਼ੁੱਧ ਸੋਨਾ ਬਾਹਰ ਆਉਂਦਾ। ਹਰ ਵਾਰ ਥੋੜੀ ਥੋੜੀ ਗੰਦਗੀ ਦੂਰ ਹੁੰਦੀ ਹੈ। ਇਸ ਤਰ੍ਹਾਂ ਦਾ ਇੱਕ ਪ੍ਰੋਸੈਸ ਆਮ ਲੋਕਾਂ ਨੇ ਕਿਚਨ 'ਚ ਵੀ ਦੇਖਿਆ ਹੋਣਾ, ਜਿੱਥੇ ਮਲਾਈ ਵਿੱਚੋਂ ਮੱਖਣ ਨਿਕਾਲੀਦਾ ਤੇ ਉਹਨੂੰ ਘੁਮਾਇਆ ਜਾਂਦਾ, ਫਿਰ ਉਹਨੂੰ ਵਾਸ਼ ਕਰਕੇ ਉਹ ਜੋ ਗੰਦੀ ਛਾਛ ਉਹਨੂੰ ਸੁੱਟ ਦਿੰਦੇ ਆ, ਉਹਨੂੰ ਫਿਰ ਦੁਬਾਰਾ ਪਾਣੀ ਪਾਉਂਦੇ ਆ, ਫਿਰ ਕਲੀਨ ਕਰਦੇ ਆ, ਫਿਰ ਕਰਦੇ ਆ, ਅਖੀਰ ਜਦ ਤੱਕ ਕਿ ਪ੍ਰੋਪਰ ਮੱਖਣ ਨਾ ਮਿਲ ਜਾਏ। ਉਹ 3-4 ਵਾਰ 5 ਵਾਰ ਤੋਂ ਬਾਅਦ ਪ੍ਰੋਪਰ ਮੱਖਣ ਮਿਲਦਾ ਹੈ। ਉਸੇ ਤਰ੍ਹਾਂ ਸੋਨੇ ਦੀ ਵੀ ਕਿਰਿਆ ਇਸ ਸਭ ਦੇ ਵਿੱਚੋਂ ਨਿਕਲ ਕੇ ਜਾਣਾ ਪੈਂਦਾ। ਹੁਣ ਅਸੀਂ ਦੇਖਦੇ ਹਾਂ ਕਿ ਸੁਨਿਆਰ ਦੀ ਸ਼ੌਪ ਦੇ ਵਿੱਚ ਹੋ ਕੀ ਰਿਹਾ। ਤੇ ਇਹ ਸੁਨਿਆਰ ਹੈ ਜੋ ਬੈਠਾ ਹੈ ਔਰ ਇਸ ਸੋਨੇ ਨੂੰ ਸ਼ੁੱਧੀਕਰਨ ਤੇ ਲੱਗਾ ਹੋਇਆ। ਤੇ ਗੁਰੂ ਸਾਹਿਬ ਕਹਿੰਦੇ ਨੇ ਜਤ ਪਹਾਰਾ ਧੀਰਜ ਸੁਨਿਆ। ਜਤ ਪਹਾਰਾ ਇਜ਼ ਲੈਟ ਯੂਰ ਵਰਕ ਪਲੇਸ ਔਰ ਐਨਕਲੋਜ਼ਰ ਪ੍ਰੋਵਾਈਡ ਪ੍ਰੋਟੈਕਸ਼ਨ ਫਰਮ एक्सटर्नल वर्ल्डली टेम्पटेशंस। ऐसी जगह जाके बैठ जाओ। अगर मान लो किते खुले च बैठ के कर रहा, बड़े रोले पै रहे ने, कुछ हो रहा, वो कर ही नहीं पाएगा। सो किते ना किते अपने माइंड नू शांत करन लई ਅਸੀਂ ਜਿਵੇਂ ਗੁਰਦੁਆਰੇ 'ਚ ਬੈਠ ਕੇ ਕੀਰਤਨ ਸੁਣਦੇ ਹਾਂ, ਇੱਕ ਸ਼ਾਂਤ ਮਾਹੌਲ ਹੁੰਦਾ ਹੈ। ਇਹ ਨਹੀਂ ਕਿ ਅੰਦਰ ਬੱਚੇ ਖੇਡਦੇ ਹੋਣ ਤਾਂ ਉਹਨਾਂ ਨੂੰ ਕਿਹਾ ਜਾਂਦਾ ਚੁੱਪ ਕਰਾ ਦਿਓ ਬਈ, ਇਹ ਬੱਚੇ ਡਿਸਟਰੈਕਟ ਕਰ ਰਹੇ ਨੇ। ਤੇ ਇੱਕ ਐਸੀ ਜਗ੍ਹਾ ਤੇ ਜਾ ਕੇ ਜਿੱਥੇ ਕਿ ਮਨ ਨੂੰ ਸ਼ਾਂਤੀ ਨਾਲ ਗੁਰੂ ਦੀ ਦੱਸੀ ਹੋਈ ਗੱਲ ਨੂੰ ਸਮਝ ਸਕੇ, ਕੌਨਸ਼ੀਅਸ ਲਿਆ ਸਕੇ, ਮਨ ਵਿੱਚ ਉਤਾਰ ਸਕੇ। ਇੱਕ let your workplace enclosure provide protection from external worldly temptations। ਇਹ ਸੁਨਿਆਰ ਜਿਹੜਾ ਮੇਨ ਦੁਕਾਨ ਤੇ ਨਾ ਬੈਠ ਕੇ ਪਿੱਛੇ ਕਿਤੇ ਛੋਟੀ ਜੀ ਕੋਠੜੀ ਦੇ ਵਿਚਕਾਰ ਬੈਠ ਕੇ ਕੰਮ ਕਰਦਾ ਹੈ ਤਾਂ ਕਿ ਉਹਨੂੰ ਕੋਈ ਕਿਸੇ ਕਿਸਮ ਦੀ ਡਿਸਟਰਬੈਂਸ ਨਾ ਹੋਏ। ਧੀਰਜ ਸੁਨਿਆਰ then have patience like that of a goldsmith। ਇਹਨੂੰ ਆਹਿਸਤਾ ਆਹਿਸਤਾ ਕਰਨ ਵਾਲਾ ਕੰਮ ਹੈ। एकदम सोचो कि आज शुरू किया और 15 मिनट सब गोल्ड प्यूरिफाई होएगा, ऐसा नहीं होएगा। उन्होंने एक दिन च 2 साइकिल करने होंगे, फिर करना होएगा, फिर दोबारा करना होएगा। बड़ी पेशेंस चाहिए। जिदे पेशेंस नहीं होए काम कर ही नहीं सकता प्यूरिफिकेशन का। धीरज सुनियार उहदे वर्गा धीरज रखो। अहरण मत, अहरण जिहड़ी एनविल है जिस ते रख के ऑब्जेक्ट नूं कीता जांदा है। लेट योर माइंड बी लाइक एन एनविल। माइंड जिहड़ा वो एनविल है। हुण एनविल दे उत्ते रखिया की जा रहा, सब नाल वड्डी चीज जरूरी है पता लगाना। आफ्टर एनविल ते रख किस चीज ते रख के हथौड़ा मारिया जा रहा, उहदा इत्थे जिक्र नहीं आंदा। पर अगर असीं सारी बाणी देखीए ते सारी कहानी मन नूं पलटण नूं और मन नूं शुद्धिकरण दी, ताकि मन अलाउ कर सके कि वो मन नूं बदल सकदा है। मन अलाउ कर सके कि मत भी बदली जा सकती है, क्योंकि मन सब नाल वड्डा फिल्टर है। मन नूं ही उन्मन तक लैके जाना है। ते अहरण मत, मत जिहड़ी है वो एनविल है। हुण जदों इहदे उत्ते मन पिया होया, जिवें कि असीं पिक्चर 'च भी देखिया सी, मत दे उत्ते मन सी। ਉਹ ਜਿਵੇਂ ਉੱਤੇ ਮਨ ਪਿਆ, ਜਦੋਂ ਉਹਨੂੰ ਹਿੱਟ ਕੀਤਾ ਜਾਏ ਤੇ ਇਹ ਨਾ ਹੋਏ ਕਿ ਮਤ ਵਿਗੜ ਜਾਏ, ਮਤ ਡਿੱਗ ਪਏ ਕਿ ਮੈਂ ਨਹੀਂ ਕਰਦੀ। ਅਗਰ ਇਹ ਐਨਵਿਲ ਟੇੜਾ ਹੋ ਗਿਆ, ਗਿਰ ਗਿਆ, ਤੇ ਮਤ ਨੂੰ ਬੜੀ ਡਿਟਰਮੀਨੇਸ਼ਨ ਦੀ ਲੋੜ ਹੈ, ਕਮਿਟਮੈਂਟ ਦੀ ਲੋੜ ਹੈ ਕਿ ਨਹੀਂ ਇਹ ਤੇ ਇੱਕ ਜੀਵਨ ਮਿਲਿਆ, ਇਹਨੂੰ ਕਰਨਾ ਹੀ ਹੈ। ਜਦ ਤੱਕ ਮਨ ਦੇ ਵਿੱਚ ਡਿਟਰਮੀਨੇਸ਼ਨ ਨਹੀਂ ਹੋਏਗੀ ਕਿ ਇਹ ਜੀਵਨ ਅਸੀਂ ਗਵਾਣਾ ਅਫੋਰਡ ਨਹੀਂ ਕਰ ਸਕਦੇ,
ਤਾਂ ਤੱਕ ਉਹ ਜਿਉਂ ਹੀ ਚੋਟ ਪੈਗੀ ਮਤ ਮੁੱਕਰ ਜਾਏਗੀ, ਮਤ ਕਹੇਗੀ ਨਾ ਮੈਨੂੰ ਨਹੀਂ, ਇਸ ਮੇਰੇ ਕੋਲ ਨਹੀਂ ਹੁੰਦਾ, ਛੱਡ ਦਿਓ ਜੀ ਇਹਨੂੰ, ਇਹ ਬਹੁਤ ਮੁਸ਼ਕਲ ਕੰਮ ਹੈ, ਆਪਣੇ ਕੋਲ ਨਹੀਂ ਹੋਣਾ। वेद हथियार, जो हथियार जो चोट जिन्हें आके मन नू मारनी है ना, वो है यूज द स्पिरिचुअल नॉलेज लाइक ए टोंग एंड ए हैमर। मतलब कि मन नू पकड़ के भी रखेगा, जिहड़ी स्पिरिचुअल नॉलेज है मन नू पकड़ के टोंग की तरह काम करेगी और तू हथौड़ा भी मारेगी टू कंट्रोल द रीओरिएंट योर माइंड सैट। हुण मन की कोई अंग्रेजी है नहीं है, दैट इज द प्रॉब्लम। इन फैक्ट मन नू अंग्रेजी कोई इक्वलेंट वर्ड नहीं है, उन्होंने भी माइंड कहते हैं और मत नू भी माइंड ही कहते हैं मन विच। सो असी मन नू इत्थे माइंड सैट कह रहे कि माइंड सैट की है बंदे दा, वो जाना चाहता है नहीं जाना चाहता, माइंड सैट की है। सो असी जो मन है उन्नू रीओरिएंट करना, उन्नू आहिस्ता आहिस्ता इस तरह मोड़ना है कि वो उन्मन वाल चला जाए, अपना असली मूल पछाण लवे और अपनी डायरेक्शन बदल दवे। तो इनू शुद्धिकरण मन तो शुरू होएगा, जिहदे नाल थल्ले सब शुद्ध हो जाएंगे। एक बार मन अगर मन गया ना कि मैं शुद्धिकरण वाल जाना है, फिर मत भी शुद्ध हो जाएगी, सुरत भी हो जाएगी, वो भी हो जाएगी। पर जब तक मन ही नहीं मनिया फिर कुछ नहीं हो सकता। इस करके बाणी विच मन नू सब नाल ज्यादा जोर दिता है कि मन नू ही कंट्रोल करो, ये काबू च नहीं आंदा। हुण आंदी है गल अगे, असीं ते देखदे हां भौ खला अगन तपताओ, इहदे विचकार फूक मारी जाती है ताकि एग ब्लो हो सके, फायर ब्लो हो सके। और फायर ब्लो करना मतलब इहदे लई एक ब्लो पाइप हुंदा है जिन्हों खला कहंदे ने। कहंदे इत्थे गुरु साहब कहंदे ने भौ खला, कि अपने डर नूं इस पाइप दे विचों लंघा दे। हुण डर भी बड़े लगणगे इस मार्ग ते कि मेरे लोगां नाल, मैनूं लोगां नाल रिश्ते टूट सकदे ने, मेरे नाल ये हो सकदा है, मैनूं दुनियावी तौर ते घाटा हो सकदा है, बड़ियां तरह के डर आउणगे। कहते सारे दे सारे डर इस अग चों कढ दे। कहने का मतलब उन्होंने जला ताकि अग होर भड़के और वो नैगेटिव एनर्जी हुण पॉजिटिव एनर्जी कन्वर्ट कर दे। इत्थे गुरु साहब एक बिल्कुल डिफरेंट मैसेज दे रहे हैं, भौ खला अगन तपताओ, कि अपने भौ नूं जला के अग्नि क्रिएट कर, इस अग्नि दे विच हुण शुद्ध होना है। हुण नैगेटिव एनर्जी नूं पॉजिटिव एनर्जी विच बदलना है। सो ब्लो योर फियर्स थ्रू द कंडुइट to kindle a hot and strong flame. Agan taptao, hot and strong flame that burns impurities and allows gold to melt down for separation. ये अग जिहड़ी है impurities नूं साड़ के काला करदी है, जिहड़ियां वखरियां हो सकदियां, नाल ही गोल्ड नूं मेल्ट कर दिंदी है। हुण गोल्ड नूं वखरा करना आसान हुंदा है, जो जगह जगह चिपकिया होया सी, किथे गोल्ड सी किथे गंदगी सी रॉक दे विचकार। सो इत्थे मैसेज जो दे रहे ने, डाइवर्ट योर नेगेटिव एनर्जीज टू गार्नर द इंटेंस पावर रिक्वायर्ड टू पुश आउट द वाइसेस एंड कीप द वर्च्यूज इंटैक्ट। वर्च्यूज तेरियां पिघल के सामने आन, सामने जमिया ना होन, तेरियां जो खूबियां ने वो पाओ अगे असी गल करांगे, और जो वाइसेस ने वो सड़ जान। इसी डर नूं तू इस अग दे विचों कढ दे। बहुत ही स्ट्रॉन्ग मैसेज है, बहुत ही सोहना मैसेज है, जिथे गुरु साहबान ने एक तरीका दसिया कि डर तो भी लंघ के तुहानू जाना पेगा। फिर कहंदे भांडा भाओ अमृत ते ढाल। इत्थे हुण सुनियार दी गल नहीं कर रहे, हुण जिस भांडे दी गल कर रहे ने, वैसे ते सुनियार कोल भी भांडा है, हुण साडे शरीर दी गल कर रहे। कहंदे कंसीडर योर माइंड एंड बॉडी एज bowl of love which collects the melted nectar now. भांडा पाओ अमृत ते ढाल। शरीर नूं इस तरह नाल ढालो, शरीर नूं इस तरह नाल एक्सेप्ट करो कि उहदे अंदर इतने भावनावां होण, इतने इमोशंस होण कि नाम ढल के उहदे विचकार आके बैठ जाए। ते एक पिक्चर दिखाई है, एक मां दी गोद, मां दे उत्ते एक बच्चा लेटा होया और मां शायद साह भी ध्यान नाल लैंदी है, इतनी इमोशनल कि इत्थे बच्चा जाग ना जाए। कदी उहदे बच्चे दे सिर नूं चुम रही है, कदी उत्थे हाथ फेर रही है, कदी ये देखदी है कि इनू बिल्कुल भी कुछ ना होए। वो एक भावनावां ने, उसी तरह अपने शरीर नूं भावनावां नाल भर के रखना है ताकि जो शब्द सुरत दा मेल है उहदे चों जो सानू अमृत मिलना है उन्होंने असीं कलैक्ट कर लीए। पर वो इमोशंस अगर नहीं है तो असीं कलैक्ट नहीं कर पावांगे। वो सिर्फ साडी नॉलेज वधा देगा, वो साडा ज्ञान वधा सकता है, पर साडे कोल नाम दे तौर ते कमाई नहीं आ सकती।
ਸੋ ਆਪਣੀਆਂ ਇਮੋਸ਼ਨਸ ਨੂੰ ਪੂਰੀ ਤਰ੍ਹਾਂ ਖੁੱਲ ਕੇ ਜੀਣਾ। ਸੋ ਭਾਂਡਾ ਪਾਓ ਅੰਮ੍ਰਿਤ ਤੇ ਢਾਲ, ਲਾਈਕ ਦਾ ਪਿਓਰ ਗੋਲਡ ਬੀਇੰਗ ਕਲੈਕਟਡ ਆਫਟਰ ਰਿਮੂਵਲ ਆਫ ਇੰਪਿਉਰਿਟੀਜ਼, ਉਸੇ ਤਰ੍ਹਾਂ ਨਾਮ ਆ ਕੇ ਸਾਡੇ ਹਿਰਦੇ 'ਚ ਵਸੇ ਜਦੋਂ ਸ਼ਬਦ ਸੁਰਤ ਦਾ ਮੇਲ ਹੋਏ। ਘੜੀਏ ਸ਼ਬਦ ਸੱਚੀ ਟਕਸਾਲ, ਔਰ ਇਹਨੂੰ ਬਾਰ-ਬਾਰ ਕਰਨਾ ਹੈ। ਇੱਕ ਸ਼ਬਦ ਨਹੀਂ, ਦੋ ਸ਼ਬਦ ਨਹੀਂ, ਜਿਤਨੇ ਵੀ ਸ਼ਬਦਾਂ ਦਾ ਅਸੀਂ ਨਾਮ ਇਕੱਠਾ ਕਰ ਸਕੀਏ, ਉਹ ਟਕਸਾਲ ਦੀ ਤਰ੍ਹਾਂ ਸਾਡਾ ਜੀਵਨ ਪੂਰੀ ਤਰ੍ਹਾਂ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਏ। ਜਿਵੇਂ ਘੜੀਏ ਸ਼ਬਦ ਸੱਚੀ ਟਕਸਾਲ, ਮਿੰਟ ਦਾ ਟਰੂ ਕੋਇਨ ਬਾय ਫੈਸ਼ਨਿੰਗ ਦਾ ਸ਼ਬਦ, ਹਿਸ ਵਰਡ। ਇੱਥੇ ਗੁਰੂ ਸਾਹਿਬ ਸ਼ਬਦ ਦੀ ਹੀ ਗੱਲ ਕਰਨੇ, ਕੰਬਾਈਨਿੰਗ ਦਾ ਕੌਨਸ਼ੀਅਸ ਵਿਦ ਦਾ ਵਰਡ, ਸ਼ਬਦ ਸੁਰਤ ਦਾ ਮੇਲ, ਐਂਡ ਰੇਜ਼ਿੰਗ ਇਟ ਟੂ ਸੈਂਸ ਦਾ ਡਿਵਾਈਨ ਲਵ, ਤਾਂ ਕਿ ਪਰਮਾਤਮਾ ਦਾ ਪਿਆਰ ਝਲਕ ਕੇ ਬਾਹਰ ਆ ਰਿਹਾ ਹੋਏ। ਹਰ ਸ਼ਬਦ ਨੂੰ ਉਸ ਲੈਵਲ ਤੇ ਉਠਾਣਾ ਜਿੱਥੇ ਪਰਮਾਤਮਾ ਦਾ ਪਿਆਰ ਝਲਕ ਕੇ ਬਾਹਰ ਆ ਜਾਏ। ਉਹ ਜੋ ਪਿਆਰ ਝਲਕ ਕੇ ਬਾਹਰ ਆਏਗਾ ਉਹ ਨਾਮ ਦੇ ਤੌਰ ਤੇ, ਅੰਮ੍ਰਿਤ ਦੇ ਤੌਰ ਤੇ ਸਾਡੇ ਅੰਦਰ ਆਏਗਾ, ਔਰ ਉਸੀ ਨੇ ਸੁਰਤ, ਮਤ, ਮਨ, ਬੁੱਧ ਨੂੰ ਘੜਦੇ ਚਲੇ ਜਾਣਾ। ਸੋ ਦੇਰ ਵਿਲ ਬੀ ਟਕਸਾਲ। ਜਿਵੇਂ ਅਸੀਂ ਗੱਲ ਕੀਤੀ ਸੀ ਨਾ, ਮਤ ਵਿੱਚ ਰਤਨ ਜਵਾਹਰ ਮਾਣਕ, ਇੱਥੇ ਸਾਰੀਆਂ ਦੀਆਂ ਸਾਰੀਆਂ ਜਦੋਂ ਫੀਲਿੰਗਸ ਮੈਲਟ ਡਾਊਨ ਹੋ ਰਹੀਆਂ, ਉਸੇ ਤਰ੍ਹਾਂ ਸੋਨਾ ਮੈਲਟ ਡਾਊਨ ਹੋ ਕੇ ਸੈਪਰੇਟ ਹੁੰਦਾ। ਗੁਰੂ ਸਾਹਿਬ ਨੇ ਵੀ ਕਿਹਾ, ਗਾਵੀਏ ਸੁਣੀਏ ਮਨ ਰੱਖੀਏ ਭਾਵ। ਤੁਸੀਂ ਗਾ ਰਹੇ ਹੋ, ਸੁਣ ਰਹੇ ਹੋ, ਪਰ ਅਗਰ ਮਨ ਵਿੱਚ ਭਾਵ ਨਹੀਂ ਹੈ, ਉਹ ਫਿਰ ਤੁਹਾਡੀ ਇੱਕ ਕੋਰਾ ਗਿਆਨ ਹੈ, ਉਹ ਫਿਰ ਨਾਮ ਤੱਕ ਨਹੀਂ ਪਹੁੰਚੇ। ਜੇ ਨਾਮ ਤੱਕ ਪਹੁੰਚਣਾ ਫਿਰ ਤੁਹਾਨੂੰ ਭਾਵ ਦੇ ਨਾਲ ਅੱਗੇ ਵਧਣਾ ਪਏਗਾ। ਸੋ ਆਪਣੇ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਓ ਕਿ ਸ਼ਬਦ ਦੇ ਚ ਭਾਵ ਆਏਗਾ, ਉਹ ਨਾਮ ਦੇ ਤੌਰ ਤੇ ਮੇਰੇ ਅੰਦਰ ਆ ਕੇ ਵਸ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਚ ਇਜ਼ ਦਾ ਕਰਮਾ ਆਫ ਦੋਜ਼ ਅਪਨ whom he has cast his glimpse of grace। ਜਿੱਥੇ ਉਹਦਾ ਨਜ਼ਰ ਪੈ ਗਈ ਉਹ ਫਿਰ ਨਿਹਾਲ ਹੋ ਜਾਂਦਾ। ਉਹਦੇ ਨਿਹਾਲ ਹੋਣ ਦਾ ਮਤਲਬ ਹੈ ਆਨੰਦ ਦਾ ਅਹਿਸਾਸ ਹੈ, ਕਿਉਂਕਿ ਉਨਮਨ ਅਵਸਥਾ ਜਿਹੜੀ ਹੈ ਉਹ ਆਨੰਦ ਦੀ ਹੀ ਅਵਸਥਾ ਹੈ। ਉੱਤੇ ਲਗਾਤਾਰ ਸਿਰਫ ਅੰਮ੍ਰਿਤ ਹੀ ਅੰਮ੍ਰਿਤ ਵਰਖ ਰਿਹਾ, ਉੱਤੇ ਹੋਰ ਕੁਝ ਵੀ ਨਹੀਂ ਹੈ। ਸੋ ਜੋ ਆਨੰਦ ਦਾ ਅਹਿਸਾਸ ਹੈ ਉਹ ਸਾਨੂੰ ਉੱਥੇ ਤੱਕ ਪਹੁੰਚ ਕੇ ਹੀ ਕਰਨਾ ਹੈ। ਸੋ ਪਿਉਰੀਫਿਕੇਸ਼ਨ ਪ੍ਰੋਸੈਸ, ਜਿਹਦੇ ਵਿਚਕਾਰ ਅਲਟੀਮੇਟਲੀ ਜਿਤਨੇ ਵੀ ਸਾਈਕਲ, ਜਿਤਨੇ ਵੀ ਸ਼ਬਦਾਂ ਦੇ ਅਸੀਂ ਤਤ ਗਿਆਨ ਤੱਕ ਪਹੁੰਚ ਕੇ ਨਾਮ ਨੂੰ ਛੂ ਸਕੀਏ, ਉਹਨੂੰ ਆਪਣੇ ਜੀਵਨ 'ਚ ਲੈ ਕੇ ਆ ਸਕੀਏ, ਉੱਥੇ ਹੀ ਸਾਡੀ ਸੁਰਤ, ਮਤ, ਮਨ, ਬੁੱਧ ਘੜੀ ਜਾਏਗੀ। ਉੱਥੇ ਹੀ ਮਨ ਉਨਮਨ ਵੱਲ ਜਾ ਕੇ ਆਪਣੇ ਮੂਲ ਨੂੰ ਪਛਾਣ ਸਕੇਗਾ, ਔਰ ਜੋ ਜੀਵਨ ਦਾ ਮਕਸਦ ਹੈ ਅਸੀਂ ਪਾ ਸਕਦੇ ਹਾਂ। ਸੋ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਲੈਣੀ ਹੈ ਸੁਨਿਆਰ ਦੀ ਵਰਕਸ਼ਾਪ ਤੋਂ, ਕਿ ਸਾਨੂੰ ਕਿਸ ਤਰ੍ਹਾਂ ਨਾਲ ਆਪਣੇ ਜੀਵਨ 'ਚ ਚੇਂਜ ਲਿਆਉਣਾ। ਇਹਨੂੰ ਹੁਣ ਅਸੀਂ ਫਿਰ ਤੋਂ ਇੱਕ ਵਾਰ ਟਰਾਂਸਲੇਟ ਕਰਕੇ ਇਹਨੂੰ ਸਮਰਾਈਜ਼ ਕਰਦੇ ਹਾਂ। ਜਤ ਪਹਾਰਾ ਧੀਰਜ ਸੁਨਿਆਰ, ਸਤਿਗੁਰੂ ਦੇ ਨਾਮ ਦਾ ਕਵਚ ਸਵੈ ਨਿਯੰਤਰਣ ਵਿੱਚ ਸਹਾਇਕ ਹੋਏਗਾ। ਜੋ ਜਤ ਹੈ ਉਹ ਹੁੰਦਾ ਸੈਲਫ ਕੰਟਰੋਲ, ਤੇ ਸਤਿਗੁਰੂ ਦੇ ਜੋ ਨਾਮ ਦਾ ਕਵਚ ਬਣੇਗਾ ਸਾਡਾ, ਉਹੀ ਸਾਡਾ ਸੈਲਫ ਕੰਟਰੋਲ ਹੋਏਗਾ। ਸੋ ਮਨ ਦੀ ਮੈਲ ਕੱਢਣ ਲਈ ਧੀਰਜ ਚਾਹੀਦਾ ਹੈ। ਇਹ ਰਾਤੋਂ ਰਾਤ ਹੋਣ ਵਾਲੀ ਚੀਜ਼ ਨਹੀਂ ਹੈ, ਕਿਉਂਕਿ ਮਨ ਅਸਥਿਰ ਹੈ, ਟਿਕਾਓ ਵਿੱਚ ਨਹੀਂ ਆਉਂਦਾ। ਪਰ ਜਿਉਂ-ਜਿਉਂ ਥੋੜਾ ਟਿਕਾਓ ਚ ਆਉਣਾ ਸ਼ੁਰੂ ਹੋਏਗਾ, ਉਤਨਾ ਹੀ ਸਾਨੂੰ ਫਾਸਟ ਬੈਨੀਫਿਟ ਬਾਅਦ ਵਿੱਚ ਹੁੰਦਾ ਜਾਏਗਾ। ਸ਼ੁਰੂ 'ਚ ਜ਼ਿਆਦਾ ਔਖਾ ਲੱਗੇਗਾ, ਜਿਉਂ-ਜਿਉਂ ਥੋੜਾ ਬਹੁਤ ਟਿਕਾਓ ਚ ਆਇਆ, ਅਗਰ ਅਸੀਂ ਨੂੰ ਨਾਮ ਤੱਕ ਪਹੁੰਚਾ ਕੇ ਮਨ ਵਿੱਚ ਵਸਾ ਲਿਆ, ਮਤ ਵਿੱਚ ਵਸਾ ਲਿਆ, ਫਿਰ ਬਾਅਦ ਵਿੱਚ ਇਹ ਕੰਮ ਥੋੜਾ ਆਸਾਨ ਹੋ ਜਾਏਗਾ। ਐਰਣ ਮਤ ਵੇਦ ਹਥਿਆਰ, ਮਤ ਨੂੰ ਸਥਿਰ ਕਰਕੇ ਹੀ ਮਨ ਅਤੇ ਮਤ ਵਿੱਚ ਬਦਲਾਅ ਆਏਗਾ। ਅਗਰ ਮਤ ਹਿਲ ਗਈ ਔਰ ਸਥਿਰ ਨਾ ਰਹੀ ਐਰਣ ਵਕਣ, ਤੇ ਫਿਰ ਮਨ ਦੁਬਾਰਾ ਪਲਟ ਜਾਏਗਾ। ਸੋ ਮਨ ਉੱਤੇ ਸ਼ਬਦ ਦੀ ਚੋਟ ਲੈਣੀ ਹੈ, ਵੇਦ ਹਥਿਆਰ, ਮਨ ਦੇ ਉੱਤੇ ਸ਼ਬਦ ਦੀ ਚੋਟ ਲੈਣੀ ਹੈ। ਇਸ ਚੋਟ ਦਾ ਅਹਿਸਾਸ ਮਤ ਨੂੰ ਵੀ ਹੋਏਗਾ, ਕਿਉਂਕਿ ਮਨ ਜਿਹੜਾ ਮਤ ਦੇ ਉੱਤੇ ਰੱਖਿਆ ਹੋਇਆ, ਜਦੋਂ ਹਥੌੜੀ ਪਏਗੀ ਤੇ ਉਹ ਐਰਣ ਨੂੰ ਵੀ ਜਾ ਕੇ ਲੱਗੇਗੀ। ਅਹਿਸਾਸ ਉਹਨੂੰ ਵੀ ਹੋਏਗਾ, ਚਾਹੇ ਅਸੀਂ ਮਨ ਨੂੰ ਪਲਟ ਰਹੇ ਹਾਂ, ਪਰ ਮਤ ਤੇ ਵੀ ਫਰਕ ਆਉਣਾ ਸ਼ੁਰੂ ਹੋਏਗਾ। ਭਾਉ ਖਲਾ ਅਗਨ ਤਪਤਾਓ, ਆਪਣੇ ਡਰ ਨੂੰ ਪਾਰ ਜਾ ਕੇ ਇਹਨੂੰ ਜਲਾਣ ਦੇ ਨਾਲ ਉਹ ਤਪਸ਼ ਮਿਲੇਗੀ ਜੋ ਵਿਕਾਰਾਂ ਨੂੰ ਸਵਾ ਕਰ ਦੇਗੀ। ਸੋ ਤੁਹਾਨੂੰ ਡਰ ਤੋਂ ਤੇ ਪਾਰ ਕਰਨਾ ਹੀ ਪਏਗਾ। ਬੜੇ ਤਰ੍ਹਾਂ ਦੇ ਡਰ ਆਉਣਗੇ। ਭਾਂਡਾ ਭਾਉ ਅੰਮ੍ਰਿਤ ਤਿਥ ਢਾਲ, ਆਪਣੇ ਸਾਰੇ ਭਾਵਨਾਤਮਕ ਅਹਿਸਾਸ ਨੂੰ ਪੂਰੀ ਤਰ੍ਹਾਂ ਖੋਲ ਦਿਓ, ਆਪਣੇ ਇਮੋਸ਼ਨਸ ਨੂੰ ਟੋਟਲੀ ਅਨਲੀਸ਼ ਕਰ ਦਿਓ,
ਅਤੇ ਪਰਮਾਤਮਾ ਦੇ ਅੰਮ੍ਰਿਤਮਈ ਨਾਮ ਨੂੰ ਮਨ ਅਤੇ ਮਤ ਵਿੱਚ ਵਸ ਜਾਣ ਦੇਵੋ। ਉਹਨੂੰ ਉਹਦਾ ਵੈਲਕਮ ਕਰੋ। ਉਹ ਜੋ ਭਾਵ ਸਾਹਮਣੇ ਆਏ ਹੈ। ਆਸਾ ਦੀ ਵਾਰ ਚ ਪੰਕਤੀ ਆਂਦੀ ਹੈ, ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ। ਅਗਰ ਉਹ ਅੱਖਾਂ ਚੋਂ ਆਂਸੂ ਆ ਰਹੇ ਨੇ ਤਾਂ ਵੀ ਉਹ ਨਾਮ ਹੈ। ਅਗਰ ਫੇਸ ਤੇ ਸਮਾਈਲ ਆ ਰਹੀ ਹੈ ਤਾਂ ਵੀ ਨਾਮ ਹੈ। ਅਗਰ ਇੱਕਦਮ ਮਨ ਸ਼ਾਂਤ ਹੋ ਗਿਆ ਤਾਂ ਵੀ ਉਹ ਨਾਮ ਹੈ। ਸੋ ਰੰਗ ਹੱਸੈ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰਵਾਹ ਨਾਈ ਕਿਸੇ ਕੇਰੀ ਬਾਜ ਸੱਚੇ ਨਾ ਹੈ। ਉਹਨੂੰ ਉਸੇ ਚੀਜ਼ ਦੀ ਪਰਵਾਹ ਨਹੀਂ, ਉਹਦੇ ਹੱਥ ਵਿੱਚ ਨਾਮ ਹੈ। ਨਾਮ ਤੋਂ ਇਲਾਵਾ ਉਹਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ। ਸੋ ਜੋ ਸ਼ਬਦ ਸੁਰਤ ਦਾ ਮੇਲ ਹੈ ਸਾਨੂੰ ਨਾਮ ਤੱਕ ਉਠਾ ਸਕੇ, ਔਰ ਉਹਦੇ ਵਿੱਚੋਂ ਅੰਮ੍ਰਿਤ ਢਲ ਕੇ ਆਏ। ਔਰ ਇਹ ਅੰਮ੍ਰਿਤ ਇੱਕ ਵਾਰ ਨਹੀਂ ਢਲੇ, ਘੜੀਏ ਸ਼ਬਦ ਸੱਚੀ ਟਕਸਾਲ। ਗੁਰਬਾਣੀ ਸ਼ਬਦਾਂ ਦੀ ਘਾੜਿਤ ਅੰਮ੍ਰਿਤ ਦਾ ਸੋਮਾ ਤਿਆਰ ਕਰੇ। 5000 ਸ਼ਬਦ ਇਸ ਆਖਰੀ ਪੌੜੀ ਤੋਂ ਬਾਅਦ ਚਲਦੇ ਹਨ। ਜਿਤਨਾ ਵੱਡਾ ਮਰਜੀ ਸੋਮਾ ਤਿਆਰ ਕਰਨਾ ਚਾਹੋ, ਬੇਅੰਤ ਬੇਅੰਤ ਹੈ। ਸ਼ਬਦ ਸੱਚੀ ਟਕਸਾਲ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ ਆਖਰੀ ਪੌੜੀ ਤੋਂ ਬਾਅਦ। ਵੈਸੇ ਤੇ ਪੂਰੇ ਜਪਜੀ ਸਾਹਿਬ ਦੇ ਵਿੱਚ ਹੀ ਸ਼ਬਦ ਹੈ, ਬਹੁਤ ਕੁਝ ਤੇ ਉੱਥੇ ਹੀ ਹੋ ਗਿਆ। ਔਰ ਇਸ ਤੋਂ ਬਾਅਦ ਫਿਰ ਸ਼ਬਦਾਂ ਨੂੰ ਟਕਸਾਲ ਦੀ ਤਰ੍ਹਾਂ ਅੰਮ੍ਰਿਤ ਦਾ ਸੋਮਾ ਬਣਾਉਣਾ ਹੈ। ਉਹੀ ਸੱਚੀ ਟਕਸਾਲ ਹੈ। ਇਹ ਵਾਰੀ ਸੱਚਾਲ ਜਿਹਦੇ ਸੋਨਾ ਉਹ ਸੱਚੀ ਟਕਸਾਲ ਨਹੀਂ ਹੈ। ਸੋ ਜਿਤਨਾ ਅਸੀਂ ਨਾਮ ਕਮਾਵਾਂਗੇ ਉਤਨਾ ਹੀ ਅੰਮ੍ਰਿਤ ਦਾ ਸੋਮਾ ਵੱਡਾ ਹੋਏਗਾ ਅੰਦਰ, ਉਹੀ ਸਾਡੀ ਟਕਸਾਲ ਹੋਏਗੀ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਤੇ ਅੰਮ੍ਰਿਤ ਸੋਮਾ ਪ੍ਰਾਪਤ ਹੋਣਾ ਪਰਮਾਤਮਾ ਦੀ ਨਦਰ ਤੇ ਕਿਰਪਾ ਦਾ ਹੀ ਪ੍ਰਤੀਕ ਹੈ। ਅਗਰ ਅੰਮ੍ਰਿਤ ਦਾ ਸੋਮਾ ਬਣ ਗਿਆ ਤੇ ਉਹਦੀ ਨਦਰ ਹੀ ਸੀ। ਉਹ ਮਨੁੱਖ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਆਨੰਦਮਈ ਜੀਵਨ ਵਿੱਚ ਨਿਹਾਲ ਹੋ ਜਾਂਦੇ ਹਨ ਤੇ ਜੀਵਨ ਦਾ ਮਕਸਦ ਪਾ ਲੈਂਦੇ ਹਨ। ਇਹੀ ਸੀ ਪੌੜੀ 38 ਜਿਹਦੇ ਤੇ ਅਸੀਂ ਅੱਜ ਵਿਚਾਰ ਕੀਤੀ ਹੈ। ਤੇ ਇਹਦੇ ਨਾਲ ਮੈਨੂੰ ਲੱਗਦਾ ਮੈਂ ਖਿਮਾ ਮੰਗ ਲਵਾਂ, ਇਹਦੇ ਵਿਚਾਰ ਕਰਨ ਵਿੱਚ ਬਹੁਤੀਆਂ ਗਲਤੀਆਂ ਹੋਈਆਂ ਹੋਣੀਆਂ। मैंने बहुत खूबसूरत ਕੀਤਾ ਹੈ ਤੁਸੀਂ।